ओंकार तू सत है, बिन तुद सब मिथियाय। जो तुद ते है उपजया, अंत तुद माहे समाय। वो जो मंदिर, वो जो पूजा स्थान ਅਸੀਂ ਬਾਹਰਲੀ ਦੁਨੀਆ ਵਿੱਚ ਦੇਖਦੇ ਹਾਂ, ਉਹ ਕਿਤੇ ਨਾ ਕਿਤੇ ਭੀਤਰੇ ਸਰੀਰ ਦੇ ਵਿੱਚ ਉਹ ਮੰਦਿਰ ਹੈ। ਤਨ ਵੇਸ ਕਲੰਦਰ, ਉਹ ਜਿਹਨੂੰ ਅਸੀਂ ਰੱਬ ਕਹਿੰਦੇ ਹਾਂ, ਉਹ ਜਿਹਨੂੰ ਅਸੀਂ ਰੱਬ ਮੰਨਦੇ ਹਾਂ, ਉਹ ਵੀ ਭੀਤਰ ਆਪਣੇ ਆਪ ਦਾ ਰੂਪ ਵਟਾ ਕੇ, ਜਿਵੇਂ ਕਲੰਦਰ ਜੋ ਕਲਾਬਾਜ਼ੀਆਂ ਕਰਦੇ ਨੇ, ਜੋ ਖੇਡ ਦੇ ਜ਼ਰੀਏ ਜੀਵਾਂ ਨੂੰ ਰਿਝਾਉਂਦੇ ਨੇ। ਔਰ ਅੱਗੇ ਕਹਿਤਾ ਘੱਟ ਹੀ ਤੀਰਥ ਨਾਈ। फिर अगे कहता ये शरीर सरोवर है भाई, इशनान करो लिव लाई। कि तीरथ की, सरोवर की, तीरथ ओ जिथे किसी ना किसी धर्म की कोई धार्मिक स्थान ने जिन्होंने उपमा दी गई कि उस तीरथ स्थान ते गया, उत्थे दर्शन कीते हाँ। जे उत्थे कोई सरोवर है, अमृत कुंड है, उत्थे इशनान करन नाल साडे अवगुण दुष्कर्मा तो सानू निजात मिलती है, सानू छुटकारा मिलता। इस करके असीं तीरथ स्थानां ते जांदे हां। इस करके किसी ना किसी अमृत कुंड, किसी ना किसी ने सरोवर दे विच जाके असीं इशनान करते हैं। ਹੁਣ ਉਹ ਜੋ ਤੀਰਥ ਸਥਲ ਬਣੇ ਨੇ, ਉਹ ਜੋ ਸਰੋਵਰ ਬਣੇ ਨੇ, ਉੱਥੇ ਜਾਂਦੇ ਆ ਆਪਾਂ। ਪਰ ਉੱਥੇ ਗਿਆ ਕਿ ਵਾਕਈ ਸਾਡਾ ਇਸ਼ਨਾਨ ਹੋ ਜਾਂਦਾ, ਕਿ ਉੱਥੇ ਗਿਆ ਤੀਰਥ ਸਥਲ ਤੇ ਸਾਡੇ ਜੀਵਨ ਦੇ ਦੁਸ਼ਕਰਮ ਮੁੱਕ ਜਾਂਦੇ ਨੇ, ਮਿਟ ਜਾਂਦੇ ਨੇ। ਹਾਂ, ਆਪਣੇ ਆਪ ਨੂੰ ਤਸੱਲੀ ਜ਼ਰੂਰ ਦਿੰਦੇ ਹਾਂ, ਅਸੀਂ ਚਾਰੋਂ ਧਾਮ ਦਾ ਦਰਸ਼ਨ ਕਰ ਲਏ। ਹੁਣ ਉਹ ਜੋ ਫਾਈਨੈਂਸ਼ਲੀ ਮਜ਼ਬੂਤ ਹੈ, ਉਹ ਜੋ ਟਰੈਵਲ ਕਰ ਸਕਦਾ, ਕੀ ਰੱਬ ਪਾਣਾ ਉਹਦਾ ਹੀ ਹੱਕ ਹੈ? ਉਹ ਜੋ ਐਸੇ ਹਾਲਾਤਾਂ 'ਚ ਜੋ ਟਰੈਵਲ ਨਹੀਂ ਕਰ ਸਕਦਾ, ਉਹਦੇ ਜੀਵਨ ਦੇ ਵਿੱਚ ਧਾਰਮਿਕ ਸਥਲਾਂ ਤੇ ਜਾਣ ਦੀ ਹਿੰਮਤ ਨਹੀਂ, ਉਹ ਕਿਸੇ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਨਹੀਂ ਕਰ ਸਕਿਆ, ਕਿਸੇ ਅੰਮ੍ਰਿਤ ਕੁੰਡ ਤੇ ਇਸ਼ਨਾਨ ਨਹੀਂ ਕਰ ਸਕਿਆ, ਫਿਰ ਉਹਨਾਂ ਦੇ ਵਾਸਤੇ ਰੱਬ ਪਾਣਾ ਔਖਾ। ਉਹ ਆਪਣੇ ਅਵਗੁਣਾਂ ਤੋਂ ਨਿਜਾਤ ਨਹੀਂ ਪਾ ਸਕਣਗੇ, ਉਹ ਪਾਪੀ ਰਹਿ ਜਾਣਗੇ। पर बुल्ले शाह ने बहुत सुचज्जे ढंग नाल सानू कहा, कहंदे कि मक्के गया गल मुकनी नहीं, भावें 100 जुम्मे पढ़े आइए। काबा, मक्के दे विच काबा शरीफ मुसलमानां दी, इस्लाम धर्म दी सब तो पवित्र स्थल, जिथे जाण ते कहा जाता कि हज हो गया। ਤੇ ਜੋ ਉੱਥੋਂ ਹੋ ਆਉਂਦੇ ਨੇ, ਉਹਨਾਂ ਦੇ ਮੱਥੇ ਤੇ ਚਟਾਕ ਨਿਸ਼ਾਨ ਲਾ ਦਿੰਦੇ ਨੇ ਕਿ ਇੱਕ ਸਟੈਂਪ ਲੱਗ ਜਾਂਦੀ ਕਿ ਇਹ ਹਜ ਕਰ ਚੁੱਕਾ, ਇਹ ਹਾਜੀ ਹੋ ਗਿਆ। ਉਹਨਾਂ ਦੇ ਨਾਮ ਦੇ ਨਾਲ ਫਿਰ ਇੱਕ ਸ਼ਬਦ ਲੱਗ ਜਾਂਦਾ, ਹਾਜੀ ਸਾਹਿਬ, ਜਿਨ੍ਹਾਂ ਨੇ ਹਜ ਕਰ ਲਿਆ। ਪਰ ਕੀ ਦੁਨੀਆ ਭਰ ਦੇ जिन्हें भी इस्लाम धर्म तो जीव जुड़े ने कि इस जीवन दे विच सारे ही उत्थे हज कर लेंदे होणगे?
ਤੇ ਜਿਨ੍ਹਾਂ ਨੇ ਕਰ ਵੀ ਲਈ ਤੇ ਉਹਨਾਂ ਬਾਬਤ ਕਹਿਤਾ ਬੁੱਲੇ ਸ਼ਾਹ ਨੇ, ਕਹਿੰਦੇ ਮੱਕੇ ਗਿਆ ਗੱਲ ਮੁੱਕਣੀ ਨਹੀਂ, ਭਾਵੇਂ 100 ਜੁਮੇ ਪੜ੍ਹ ਆਈਏ। ਫਿਰ ਕਹਿੰਦੇ ਗੰਗਾ ਗਿਆ ਗੱਲ ਮੁੱਕਣੀ ਨਹੀਂ, ਭਾਵੇਂ 100 ਗੋਤੇ ਲਾਈਏ। ਭਾਵ ਤੀਰਥ ਸਥਲ ਤੇ ਗਏ, ਉੱਥੇ ਜਾ ਕੇ ਇਸ਼ਨਾਨ ਕਰ ਲਿਆ, ਅੰਮ੍ਰਿਤ ਕੁੰਡ ਮੰਨ ਲਿਆ, ਇਸ਼ਨਾਨ ਕਰ ਲਿਆ। ਉਹ ਤੋਂ ਬਾਅਦ ਫਿਰ ਕਹਿੰਦੇ ਭਾਵੇਂ 100 ਗੋਤੇ ਖਾਈਏ, ਜਾਈ ਜਾ ਗੋਤੇ ਲਾਈ ਜਾ, ਆਪਣੇ ਆਪ ਤੇ ਦੁਸ਼ਕਰਮਾਂ ਤੋਂ ਅਵਗੁਣਾਂ ਤੋਂ ਆਪਣੇ ਆਪ ਨੂੰ ਛੁਟਕਾਰਾ ਪਾ ਲੈ। ਗਿਆ ਗੱਲ ਮੁੱਕਣੀ ਨਹੀਂ, ਭਾਵੇਂ 100 ਪੰਡ ਪੜ੍ਹ ਆਈਏ। ਪਾਂਡਿਆਂ ਕੋਲ ਜਾ ਕੇ ਆਪਣੇ ਕਰਮਾਂ ਦਾ ਲੇਖਾ ਜੋਖਾ, ਜੋ ਵੀ ਪੂਜਾ ਪਾਠ ਕਰਵਾਉਣੇ ਜਾ ਕੇ ਕਰਾਈ ਜਾ। ਕਹਿੰਦੇ ਬੁੱਲੇ ਸ਼ਾਹ ਗੱਲ ਤਾਈਓ ਮੁੱਕਣੀ ਜਦ ਮੈਂ ਨੂੰ ਦਿਲੋਂ ਗਵਾਈਏ। ਹੁਣ ਇਹ ਮੈਂ ਕੀ, ਇਹ ਮੈਂ ਕੀ? ਤੇ ਜੇ ਉੱਥੇ ਹਜ ਕਰ ਆਏ, ਧਰਮ ਸਥਲਾਂ ਤੇ ਜਾ ਆਏ, ਤੇ ਜੇ ਭੀਤਰੋਂ ਮੈਂ ਮਰਨ ਦੀ ਬਜਾਏ ਹੋਰ ਵੱਧ ਗਈ, ਦੇਖਦਾ ਨਹੀਂ ਚਟਾਕ ਮੈਂ ਹਾਜੀ ਆ, ਦੇਖਦਾ ਨਹੀਂ ਉੱਥੇ ਮੇਰੇ ਨਾਂ ਦਾ ਬੋਰਡ ਲੱਗਿਆ, ਜਾ ਕੇ ਮੇਰਾ ਨਾਂ ਲੈ ਲਈ, ਜੇ ਕਮਰਾ ਨਹੀਂ ਮਿਲਦਾ ਮੇਰਾ ਨਾਂ ਲੈ ਲਈ। ਤੇ ਫਿਰ ਇਹ ਤੇ ਮੈਂ ਹੋਰ ਵੱਧ ਗਈ, ਮੈਂ ਤੇ ਹੋਰ ਵੱਧ ਗਈ। ਫਿਰ ਕਹਿੰਦੇ ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ, ਲੇਖਾ ਰੱਬ ਮੰਗੇਸਿਆ ਤੂੰ ਆਇਓ ਕਿਹੜੇ ਕੰਮ। ਉਸ ਰੱਬ ਦੀ ਦਰਗਾਹ 'ਚ ਸਾਨੂੰ ਪੇਸ਼ ਹੋਣਾ ਪਏਗਾ, ਪੁੱਛੇਗਾ ਕੀ ਕੰਮ ਕਰਕੇ ਆਇਆ, ਕਿਹੜੇ ਕੰਮ ਲਈ ਭੇਜਿਆ ਸੀ। ਪਰ ਕਿਹਨੂੰ ਪੁੱਛੇਗਾ? ਉਹ ਜਿਹੜਾ ਮਰਨ ਤੋਂ ਬਾਅਦ ਅੱਗ ਦੇ ਹਵਾਲੇ ਕਰ ਦਿੱਤਾ, ਉਹਨੂੰ ਤੇ ਜਲਾ ਦਿੱਤਾ। ਜੇ ਅੱਗ 'ਚ ਨਹੀਂ ਜਲਾਇਆ ਤੇ ਜ਼ੇਰੇ ਖਾਕ ਦਫਨ ਕਰ ਦਿੱਤਾ, ਆ ਲੋ ਜੀ ਮਿੱਟੀ ਹੇਠ ਦਬਾ ਦਿੱਤਾ। ਉਹ ਜਦੋਂ ਇੱਥੇ ਰਹਿ ਗਏ ਤੇ ਰੱਬ ਕਿਹਨੂੰ ਪੁੱਛਦਾ ਫਿਰਦਾ? ਫਿਰ ਰੱਬ ਕਿਹਦੇ ਕੋਲੋਂ ਲੇਖਾ ਮੰਗੇਗਾ? ਰੱਬ ਦੇ ਸਾਹਮਣੇ ਪੇਸ਼ੀ ਕਿਹਦੀ ਹੋਏਗੀ? ਉਹਦੀ ਜੋ ਹਜ ਕਰ ਆਇਆ, ਉਹਦੀ ਜੋ ਹਰ ਸਾਲ ਕਿਸੇ ਨਾ ਕਿਸੇ ਤੀਰਥ ਸਥਲ ਤੇ ਜਾ ਕੇ, ਕਿਸੇ ਸਰੋਵਰ 'ਚ ਜਾ ਕੇ ਗੋਤੇ ਲਾ ਰਹੇ ਆਪਣੇ ਆਪ ਦੇ ਪਾਪ, ਕੀ ਉਹਦੀ ਪੇਸ਼ੀ ਹੋਈ? ਪੇਸ਼ੀ ਉਹਦੀ ਹੋਏਗੀ ਜਿਹਦੇ ਅਵਗੁਣ ਉਸ ਸਰੋਵਰ 'ਚ ਨਹਾਤਿਆਂ, ਉਸ ਤੀਰਥ ਸਥਲ ਤੇ ਗਿਆ ਨਹੀਂ ਮਿਟੇ, ਨਹੀਂ ਮੁੱਕੇ। ਧੱਕਾ ਕਰਤਾ ਕਿਹਨੇ ਜੀ? ਕੌਰਵਾਂ ਨੇ। ਕਿਹਨਾਂ ਤੇ? ਪਾਂਡਵਾਂ ਤੇ। ਆਪਸੇ ਭਰਾਵਾਂ ਦੀ ਲੜਾਈ। ਹੁਣ ਨਹੀਂ ਹੁੰਦੀ ਲੜਾਈਆਂ, ਹੁਣ ਪ੍ਰਾਪਰਟੀਜ਼ ਦੇ ਵਾਸਤੇ ਅੱਜ ਨਹੀਂ ਲੜਾਈਆਂ ਹੁੰਦੀਆਂ, ਉਹ ਵੀ ਤੇ ਪ੍ਰਾਪਰਟੀ ਦੀ ਲੜਾਈ ਸੀ। ਉਹ ਜਿਨ੍ਹਾਂ ਨੂੰ ਆਪਾਂ ਕ੍ਰਿਸ਼ਨ ਕਹਿੰਦੇ ਆ, ਦੁਆਪਰ ਦੇ ਮਾਲਕ, ਉਹਨਾਂ ਨੂੰ ਕੀ ਪਈ ਸੀਗੀ? ਭਰਾਵਾਂ ਦਾ ਆਪਸ ਵਿੱਚ ਪਹਿਲਾਂ ਨਹੀਂ ਹੋਈਆਂ? ਉਹ ਕਿਉਂ ਪਏ? ਉਸ ਸਮੇਂ ਦੇ ਉਹ ਜਿਹੜੇ ਮਹਾਰਥੀ, ਉਹ ਜਿਹੜੇ ਰੱਬ ਰੂਪ, ਚਾਹੇ ਭੀਸ਼ਮ ਪਿਤਾਮਾ, ਚਾਹੇ ਕਿਤੇ ਦ੍ਰੋਣਾਚਾਰਿਆ, ਕਿਰਪਾਚਾਰਿਆ, ਆਪਣੇ ਆਪ ਦੇ ਵਿੱਚ ਜਿਹੜੇ ਰੱਬ ਸੀਗੇ, ਤੇ ਉਹ ਦਿਨ ਜਿਸ ਦਿਨ ਫੈਸਲਾ ਹੋ ਗਿਆ, ਅਰਜੁਨ ਯੁੱਧ ਭੂਮੀ 'ਚ ਖੜਾ ਔਰ ਕ੍ਰਿਸ਼ਨ ਮਹਾਰਾਜ ਜੀ ਦੇ ਸਾਹਮਣੇ ਸਵਾਲ ਕਰਦਾ, ਕਹਿੰਦਾ ਮੈਂ ਕੀ ਕਰ ਰਿਹਾ ਇੱਥੇ? ਕਹਿੰਦਾ ਕੀ ਕਰ ਰਿਹਾ? ਤੂੰ ਯੁੱਧ ਕਰਨ ਆਇਆ? ਕਹਿੰਦਾ ਮੈਂ ਕਿਉਂ ਕਰਾਂ? ਉਹਨਾਂ ਨਾਲ ਜੋ ਮੇਰੇ ਆਪਣੇ ਨੇ, ਉਹ ਸਾਹਮਣੇ ਮੇਰਾ ਪੜਦਾਦਾ ਖੜਾ ਜੀ, ਉਹ ਮੇਰਾ ਮਾਮਾ ਖੜਾ, ਮੇਰਾ ਚਾਚਾ ਖੜਾ, ਉਹ ਮੇਰੇ ਭਰਾ ਖੜੇ ਨੇ। ਕਹਿੰਦਾ ਆਪ ਮੈਨੂੰ ਇਹਨਾਂ ਨਾਲ ਲੜਵਾ ਰਹੇ ਹੋ? ਇਹਨਾਂ ਨਾਲ ਮੈਂ ਕਿਉਂ ਲੜਾਂ? ਉਹ ਜ਼ਮੀਨ ਜਾਇਦਾਦ ਲਈ,
ਤੇ ਜੇ ਮੈਂ ਲੜ ਕੇ ਇਹਨਾਂ ਤੋਂ ਜਿੱਤ ਵੀ ਲਈ ਤੇ ਜ਼ਮੀਨ ਜਾਇਦਾਦ ਜੇ ਮੈਨੂੰ ਮਿਲ ਵੀ ਗਈ ਤੇ ਮੈਂ ਉਹਦਾ ਕਰਾਂਗਾ ਕੀ? ਗੱਲ ਤੇ ਇੰਨੀ ਸੀ। ਤੇ ਦੇਖੋ, ਉਹ ਕ੍ਰਿਸ਼ਨ ਜਿਹਨੂੰ ਅਸੀਂ ਰੱਬ ਮੰਨਦੇ ਹਾਂ, ਆਪਣੇ ਆਪ ਨੂੰ ਅਰਜੁਨ ਦੀ ਜਗ੍ਹਾ ਖੜੇ ਕਰੀਏ। ਅਸੀਂ ਸਾਡੇ ਜੀਵਨ 'ਚ ਰੱਬ ਨਾ ਕਰੇ ਕਦੇ ਇਦਾਂ ਦੀ ਅਵਸਥਾ ਆ ਜਾਵੇ, ਅਸੀਂ ਵੀ ਇਹੀ ਕਹਾਂਗੇ, ਇਹ ਮੇਰੇ ਭਰਾ ਨੇ, ਇਹ ਮੇਰੇ ਰਿਸ਼ਤੇ ਨਾਤੇ ਨੇ, ਅਸੀਂ ਵੀ ਇਹੀ ਕਹਾਂਗੇ। ਪਰ ਕ੍ਰਿਸ਼ਨ ਨੂੰ ਫਿਰ ਕਿਉਂ ਬੁਰਾ ਬਣਨਾ ਪਿਆ? ਕ੍ਰਿਸ਼ਨ ਨੂੰ ਉਹ ਤੋਂ ਅੱਗੇ ਅਰਜੁਨ ਨੂੰ ਕਿਉਂ ਸਮਝਾਉਣ ਦੀ ਲੋੜ ਪਈ? ਕ੍ਰਿਸ਼ਨ ਨੂੰ ਉਹ ਮਹਾਨ ਗ੍ਰੰਥ ਜਿਹਨੂੰ ਆਪਾਂ ਗੀਤਾ ਕਹਿੰਦੇ ਆ, ਉਹ ਰਚਨ ਕਰਨ ਦੀ, ਉਹਨੂੰ ਜਨਮ ਦੇਣ ਦੀ ਕਿਉਂ ਲੋੜ ਪਈ? ਇੱਥੇ ਆਂਦੀ ਗੱਲ, ਕ੍ਰਿਸ਼ਨ ਮਹਾਰਾਜ ਜੀ ਨੇ ਅਰਜੁਨ ਨੂੰ ਇੱਕੋ ਗੱਲ ਪੁੱਛੀ, ਕਹਿੰਦੇ ਪਹਿਲਾਂ ਤੂੰ ਆਪਣੇ ਆਪ ਨੂੰ ਪਹਿਚਾਣ, ਤੂੰ ਸ਼ਰੀਰ ਹੈ ਜਾਂ ਜੀਵਾਤਮਾ ਹੈ? ਤੂੰ ਸ਼ਰੀਰ ਹੈ ਜਾਂ ਜੀਵਾਤਮਾ? ਅਸੀਂ ਗੱਲ ਉੱਥੋਂ ਸ਼ੁਰੂ ਕਰਾਂਗੇ। ਜੇ ਤੇ ਤੂੰ ਸ਼ਰੀਰ ਹੈ, ਸ਼ਰੀਰ ਹੋ ਕੇ ਉਹ ਜੋ ਸਾਡੇ ਇੰਦਰੀਆਂ ਨੇ, ਉਹ ਜੋ ਸਾਡੇ ਪੰਜ ਵਿਕਾਰ ਨੇ, ਉਹ ਮਨ ਦੇ ਅਧੀਨ, ਮਨ ਕਾਲ ਦੇ ਅਧੀਨ, ਔਰ ਜੇ ਸ਼ਰੀਰ ਹੈ ਤੂੰ ਇਹਨਾਂ ਸਾਰਿਆਂ ਦੇ ਅਧੀਨ। ਨਾ ਤੂੰ ਆਪਣੇ ਵਿਕਾਰਾਂ ਤੋਂ, ਨਾ ਇੰਦਰੀਆਂ ਤੋਂ ਉੱਪਰ ਨਹੀਂ ਉੱਠ ਪਾਏਗਾ। ਇਹ ਹੈ ਜੇ ਤੂੰ ਸ਼ਰੀਰ ਹੈ। और जे तू सच्चाई समझे, तू शरीर नहीं, तू जीव आत्मा है। ये शरीर तेनू सिर्फ एक घर मिलिया है जीवन जीण वास्ते। तू अपने आप को पहचान, अपने आप को मन। जे मनदा तू जीव आत्मा, ये तो अगां फिर आपां गल तोरांगे। इत्थों शुरू हुंदी साडी गीता, महान ग्रंथ। उस जीव नू सिर्फ ये समझाने की कोशिश की कि तू जीव आत्मा है, तू शरीर नहीं है। वो नहीं समझा, नहीं समझा, समझाते समझाते पूरा ग्रंथ रचित कर दिता। और अखीर समझाना की सी कि तू जीवात्मा है। और जीवात्मा, ये जो शरीर मिलिया, ये शरीर ये माया नू भोगण वास्ते नहीं मिलिया। ये झूठी हौमे वास्ते, ये चुगली निंदिया, दूजे दा बुराई, दूजे दा नुकसान, रोग लाए। ये शरीर कोई खास वजह करके मिलिया इस जीवात्मा। ते वो जीवात्मा दे वास्ते कहा गया, ओनू समझाने की कोशिश की गई, मन मंदर तन वेस कलंदर, घट ही तीरथ नाई, ये शरीर सरोवर है पाई, इशनान करो ली भलाई। ये शरीर जो है सरोवर है, ते इशनान किने करना है? असी इस सरोवर दे विच, असी वो जो जीवात्मा जो सच दे विच असी हां। इस गल नूं जे असी करदे हां, मनदे हां, ते तो अगे आपां गल तोर सकते हां। जे शरीर तक सीमित हाँ, शरीर तक दियां गल्लां करनियां, ते आओ आपां गल्लां करदे हां पैसे किद्दां कमाने, होर कमाओ, किहदा चंगा मंदा किद्दां करना है, रस किद्दां भोगणे ने संसारी, आपां ओह गल्लां कर लैंदे हां। ते जे किते गल शुरू करन तो पहलां असीं मन लैंदे हां, आभास करदे हां कि ना, असी मनते हैं कि असी जीवात्मा हाँ, और जीवात्मा की सच्चाई की गल की है, आप गल तोड़ सकते हैं। जे वो नहीं आप गल समझते, फिर गल्लां बातां कीतियां, सत्संग कीतियां, फायदा नहीं करेगा। बिन भागा सत्संग न लभे। और सत्संग मिलता किनू? 100 वरियां का सिमरना
एक घड़ी का सत्संग, ये घड़ी, ये मौका, इस समय दे विच असीं जो भी जीव बैठे हाँ, बिन भागां सत्संग ना लभ्या, सानू सत्संग लभ्या, साडे भाग चंगे ने। और रब सानू चाहता है, रब ने साडे ते किरपा की, साडे भाग चंगे ने। इस घड़ी दे विच सानू सत्संग मिलिया। और क्यों मिलिया? 100 वरियां का सिमरना, एक घड़ी का सत्संग। इस जीव आत्मा ने, जिन्नियां जीव आत्मा इत्थे बैठियां ने, इन्हां ने पूर्वले जन्मां च बहुत ज्यादा सिमरन कीता, नाम भगती बहुत ज्यादा सी, और वो नाम सिमरन दे एवज दे विच सानू इस कलयुग दे विच अज सत्संग मिलिया। और असीं सारे इस सत्संग दा हिस्सा होके बैठे हैं। विधि की बनी? मोहन भाजी ने डिसाइड किया, परिवार का एक इकट्ठ, जिया जन नूं सद्दिया। विध कौन बने? मोहन भाजी। करे करावे, वो दाता ही करवांदा आपे आप, मानस के किछ नहीं हाथ। पर उन्हें अर्जुन नूं कहता, देख अर्जुन, करांगा मैं ही। ये सिर्फ गल है कि तैनू चुन लिया, बस तेरे नाल प्यार है। करणहार ओंकार है, चुन लिया, मोहन भाजी ने चुन लिया, ये तुसी करवाना काज, चुन लिया, हो रहा। पर ये तो अगां की, ये तो अगां की, इसका ये बैठन का फायदा की? ये तो अगां जे तुरना चाहते हैं फिर असीं बोलांगे। कीर्तन करना, आप कीर्तन कर सकते हैं जे आपां नूं लगदा इस तो अगां गल तुरे, जे वाकई जीव आत्मा आप एक्सेप्ट करते हैं, वी आर, देन वी कैन प्रोसीड। नहीं तो दुनियावी गल्लां करदियां सत्संग जी आप बैठे हैं, वी कैन कंटिन्यू। बाबा जी, जो कोई साड़ी अच्छा या बुरा करता है, ਜਿਹੜਾ ਦਰਦ ਹੈ ਉਹ ਸਾਡੀ ਆਤਮਾ ਨੂੰ ਹੋ ਰਿਹਾ ਕਿ ਸਾਡੇ ਸਰੀਰ ਨੂੰ ਹੋ ਰਿਹਾ, ਉਹਦਾ ਕੀ ਬੈਲੈਂਸ ਕੀਤਾ ਜਾਵੇਗਾ? ਫਿਰ ਉਹੀ ਗੱਲ ਆਂਦੀ, ਪਹਿਲਾਂ ਆਪਾਂ ਮੰਨੀਏ ਕਿ ਅਸੀਂ ਕੌਣ ਆ? ਜੀਵ ਆਤਮਾ। ਜੇ ਜੀਵ ਆਤਮਾ ਹੈਗੇ ਆ, ਫਿਰ ਜੀਵ ਆਤਮਾ ਇਹ ਵਿਕਾਰਾਂ ਤੋਂ, ਇਹ ਇੰਦਰੀਆਂ ਤੋਂ ਉਤਾਂ ਹੈ। ਇਹ ਜੋ ਕੁਝ ਵੀ ਹੋ ਰਿਹਾ ਸਰੀਰ ਨੂੰ ਹੋ ਰਿਹਾ, ਇਹ ਸਾਡੇ ਕਰਮਾਂ ਨੂੰ ਹੋ ਰਿਹਾ, ਇਹ ਸਾਡੇ ਕਰਮਾਂ ਨੂੰ ਹੋ ਰਿਹਾ। ਕੀ ਅਸੀਂ ਉਸ ਰੱਬ ਦਾ ਭਾਣਾ ਮੰਨ ਸਕਦੇ ਹਾਂ ਕਿ ਮੇਰੇ ਨਾਲ ਜੋ ਕੁਝ ਹੋ ਰਿਹਾ ਇਹ ਤੇਰਾ ਭਾਣਾ ਹੈ? ਪਹਿਲਾਂ ਇਹ ਭਾਣਾ ਮੰਨ ਸਕਦੇ ਹਾਂ? ਅਸੀਂ ਨਹੀਂ ਮੰਨਦੇ, ਅਸੀਂ ਮੰਨਦੇ ਨਹੀਂ। ਫਿਰ ਉਸ ਭਾਣੇ ਦੇ ਵਿੱਚ ਕੀ ਹੈਗਾ, ਸਾਨੂੰ ਆਪ ਸੈਲਫ ਕੈਲਕੂਲੇਸ਼ਨ ਕਰਨੀ ਪੈਂਦੀ ਹੈ ਕਿ ਪਹਿਲਾਂ ਸਾਡਾ ਰੋਲ ਕੀ ਹੈ ਇਹਦੇ ਵਿੱਚ। ਕੋਈ ਜੀਵ ਸਰੀਰਿਕ ਰੋਗ ਲੈ ਕੇ ਪੈਦਾ ਹੁੰਦਾ, ਉਹਨੇ ਤਾਂ ਕਿਸੇ ਦਾ ਕੋਈ ਨਹੀਂ ਵਿਗਾੜਿਆ। ਉਹ ਜਦੋਂ ਸਰੀਰਿਕ ਰੋਗ ਲੈ ਕੇ ਪੈਦਾ ਹੋਇਆ, ਵਾਟ ਡਸ ਦੈਟ ਮੀਨ? ਕਿ ਪੂਰਬਲੇ ਜਨਮਾਂ ਦੇ ਕਰਮ ਨੇ ਇਸ ਜੀਵਨ 'ਚ ਤੈਨੂੰ ਸਜ਼ਾ ਮਿਲੀ ਹੈ, ਇਸ ਸਰੀਰ ਦੇ ਜ਼ਰੀਏ ਭੋਗ। ਭੋਗ ਸਰੀਰਿਕ ਕਸ਼ਟ ਨੂੰ ਤੇ ਅਸੀਂ ਸਮਝ ਲੈਂਦੇ ਹਾਂ, ਕੋਈ ਮੈਂਟਲੀ ਸਿੱਖ ਹੋਵੇ ਮਾਨਸਿਕ ਕਸ਼ਟ ਨੂੰ ਸਮਝ ਲੈਂਦੇ ਹਾਂ, ਪਰ ਅਸੀਂ ਕਰਮਾਂ ਦੇ ਜੋ ਸਾਡੇ ਜੀਵਨ 'ਚ ਔਰਾਂ ਤੋਂ ਅਲੱਗ ਕਿਉਂ ਹੁੰਦਾ? और कुछ नहीं, साढ़े पूर्वले जन्मां दे साढ़े कर्म ने जो सानू भोगने पैंदे ने। पर असी किद्दां भोगदे आ? ओहदे भाणे च शुक्र मन के कि रामचंद्र महाराज जी का कोई कसूर सी, ते जिस समय उन्हां दा राज तिलक होण लगदा उस समय उन्हां नूं बनवास दे दिता जांदा। What exactly he did? एक्सेप्ट कीता, चले गए। लड़ सकते सी ना, जे रावण ना लड़ सकते तो घर दी लेडी सी ना, एक्सेप्ट किया, ठीक है। असी जीवन दे विच असी सिचुएशनस नूं जो भी कुछ हो रहा सी उन्होंने एक्सेप्ट करते हैं किस हिसाब नाल। फिर दूजे पासे रब की जो किरपा है कि असी उहदे लई थैंक्स करते हैं। जो चंगा हुंदा असी आप कीता, जो कुछ बुरा होंदा ते होरां ने कीता, ते रब किते भी एग्जिस्ट नहीं करता। रब दी एग्जिस्टेंस सानू एक्सेप्ट करना पड़ेगा। और फिर वही गल आंदी है
ਪੂਰਬਲੇ ਜਨਮਾਂ ਦੇ ਕਰਮ ਭੋਗ ਰਹੇ। ਸਵਰਗ ਨਰਕ ਕੀ ਹੈ? ਕਿੱਥੇ ਹੈ ਸਵਰਗ, ਕਿੱਥੇ ਹੈ ਨਰਕ? ਕਹਿੰਦੇ ਆ ਨਾ ਅਸੀਂ, ਜੇ ਚੰਗੇ ਕਰਮ ਕੀਤੇ ਤਾਂ ਸਵਰਗ ਮਿਲੇਗਾ। ਸਵਰਗ ਮਿਲੇਗਾ ਤੇ ਕਿਸੇ ਨੇ ਗੱਲ ਕੀਤੀ, ਕਹਿੰਦੇ ਜੀ ਓਏ ਪੁੱਠੇ ਕੰਮ ਨਾ ਕਰ, ਐਕਸਟਰਾ ਮੈਰਿਟਲ ਅਫੇਅਰ ਨਾ ਰੱਖ, ਗਲਤ ਸੰਗਤ 'ਚ ਨਾ ਪੈ, दारू ਨਾ ਪੀ, ਨਸ਼ੇ ਨਾ ਕਰ। ਕਹਿੰਦਾ ਜੇ ਮੈਂ ਨਹੀਂ ਕਰਾਂਗਾ ਫਿਰ ਮੈਨੂੰ ਕੀ ਮਿਲੇਗਾ? ਕਹਿੰਦਾ ਤੈਨੂੰ ਸਵਰਗ ਮਿਲੇਗਾ। ਕਹਿੰਦੇ ਤੇ ਸਵਰਗ 'ਚ ਕੀ ਮਿਲੇਗਾ? ਕਹਿੰਦਾ ਸਵਰਗ 'ਚ 72 ਹੂਰਾਂ ਮਿਲਣਗੀਆਂ, ਤੈਨੂੰ ਵਨ ਸਵਰਨੇ दारू ਮਿਲਣਗੇ, ਵਨ ਸਵਰਨੀ ਐਸ਼ ਮਿਲੇਗੀ। ਤੇ ਕਹਿੰਦਾ ਜੇ ਇਹ ਛੱਡ ਕੇ ਮੈਨੂੰ ਉੱਥੇ ਵੀ ਉਹੀ ਮਿਲੇਗਾ ਤੇ ਇਹ ਕੀ ਸਵਰਗ ਹੋਇਆ? ਇਹ ਕੀ ਸਵਰਗ ਹੋਇਆ? ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਆਤਮਾ ਨੂੰ ਨਾ ਕੱਟਿਆ ਜਾ ਸਕਦਾ, ਨਾ ਜਲਾਇਆ ਜਾ ਸਕਦਾ, ਨਾ ਡੋਬਿਆ ਜਾ ਸਕਦਾ। ਇਹ ਗੀਤਾ ਕ੍ਰਿਸ਼ਨ ਮਹਾਰਾਜ ਜੀ ਕਹਿ ਰਹੇ। ਫਿਰ ਅਸੀਂ ਕਿਉਂ ਕਹਿੰਦੇ ਆ ਨਰਕ 'ਚ ਨਾ ਬਹੁਤ ਕੁੱਟ ਮਾਰਦੇ ਆ, ਉਹ ਤੇਲ ਦੇ ਗਰਮ ਕੜਾਹਿਆਂ ਦੇ ਵਿੱਚ ਸਿੱਟ ਦਿੰਦੇ ਆ, ਉਹ ਬਹੁਤ ਜ਼ਿਆਦਾ ਕੁੱਟਦੇ ਆ। ਉੱਥੇ ਜਾਓ ਨਾ, ਰੂਹਾਂ ਚੀਕਾਂ ਮਾਰਦੀਆਂ ਹੁੰਦੀਆਂ। ਤੇ ਕ੍ਰਿਸ਼ਨ ਦੇ ਕਹਿੰਦੇ ਨਾ ਉਹਨੂੰ ਕੱਟਿਆ ਜਾ ਸਕਦਾ, ਨਾ ਉਹਨੂੰ ਤਸੀਹੇ ਦਿੱਤੇ ਜਾ ਸਕਦੇ ਆ, ਨਾ ਜਲਾਇਆ ਜਾ ਸਕਦਾ। ਤੇ ਫਿਰ ਨਰਕ ਕਿਹੜਾ ਹੋਇਆ ਜਿਹਦੀ ਫੈਂਟਸੀ 'ਚ ਅਸੀਂ ਜੀ ਰਹੇ ਹਾਂ? ਸਵਰਗ ਕਿਹੜਾ ਹੋਇਆ? ਨਹੀਂ, ਇਹ ਸਵਰਗ ਨਰਕ ਅਸੀਂ ਇੱਥੇ ਹੀ ਭੋਗਦੇ ਹਾਂ। ਜਿਹੜਾ ਜੀਵਨ ਅੱਜ ਅਸੀਂ ਜੀ ਰਹੇ ਹਾਂ ਉਹ ਸਵਰਗ ਹੈ ਜਾਂ ਨਰਕ ਹੈ, ਸਾਨੂੰ ਪਤਾ ਹੈ। ਜੀਵ ਆਤਮਾ ਨੇ ਜੋ ਦੁਸ਼ਕਰਮ ਕੀਤੇ ਉਹਨੂੰ ਸਰੀਰ ਰੂਪ ਦੇ ਕੇ ਸਜ਼ਾ ਦਿੰਦਾ ਰੱਬ ਕਿ ਤੂੰ ਇਸ ਦੇ ਵਿੱਚ ਰਹਿ ਕੇ ਭੋਗ ਆਪਣੇ ਜੋ ਦੁਸ਼ਕਰਮ ਕੀਤੇ, ਔਰ ਇਹਦੇ ਵਿੱਚ ਰਹਿ ਕੇ ਇਹਨਾਂ ਅਵਸਥਾ ਨੂੰ ਓਵਰਕਮ ਕਰਕੇ ਜੇ ਮੇਰੇ ਤੱਕ ਪਹੁੰਚ ਜਾਏ ਤੇ ਪ੍ਰਵਾਨ ਹੈ। ਕੋਈ ਮਰਨ ਤੋਂ ਬਾਅਦ ਸਵਰਗ ਨਹੀਂ ਮਿਲਦਾ, ਕੋਈ ਮਰਨ ਤੋਂ ਬਾਅਦ ਨਰਕ ਨਹੀਂ ਮਿਲਦਾ। ਜੋ ਮਿਲਦਾ ਇਸ ਜਨਮ 'ਚ ਮਿਲੇਗਾ ਜਾਂ ਆਉਣ ਵਾਲੇ ਸਾਡੇ ਪੂਰਬਲੇ ਜਨਮਾਂ 'ਚ ਸਾਨੂੰ ਭੋਗਣਾ ਪਏਗਾ। ਅਸੀਂ ਜੋ ਵੀ ਜੀਵਨ ਆਪਣਾ ਜੀ ਰਹੇ ਹਾਂ, ਅੱਜ ਜੋ ਜੀ ਰਹੇ ਹਾਂ, ਉਹੀ ਸਾਡਾ ਸਵਰਗ, ਉਹੀ ਸਾਡਾ ਨਰਕ। ਹਾਂ, ਰੱਬ ਦੀ ਦਰਗਾਹ 'ਚ ਪੇਸ਼ ਹੋਵਾਂਗੇ, ਜੀਵ ਆਤਮਾ ਸਾਹਮਣੇ ਪੇਸ਼ ਹੋਏਗੀ। ਸੱਚ ਗੱਲ ਹੈ ਚਿਤਰਗੁਪਤ ਨੇ ਹਿਸਾਬ ਕਿਤਾਬ ਕਰਨਾ, ਔਰ ਉਹ ਹਿਸਾਬ ਕਿਤਾਬ ਤੋਂ ਬਾਅਦ ਸਾਨੂੰ ਜਿਹੜਾ ਜਨਮ ਮਿਲਦਾ, ਸਰੀਰਕ ਰੋਗ, ਮਾਨਸਿਕ ਰੋਗ ਜਾਂ ਅਧਿਆਤਮਿਕ ਰੋਗ, ਉਦਾਂ ਦਾ ਜੀਵਨ ਮਿਲ ਜਾਏਗਾ। ਔਰ ਉਦਾਂ ਦੇ ਜੀਵਨ ਦੇ ਵਿੱਚ ਫਿਰ ਜਾਓ ਔਰ ਸਟਰਗਲ ਕਰੋ। ਔਰ ਇਹ ਹੈ ਸਾਡੇ ਜੀਵਨ ਦੀ ਸੱਚਾਈ। ਕਰਮੀ ਆਪੋ ਆਪਣੀ ਕਿਨੇ ਰਹਿ ਕੇ ਦੂਰ। ਇਹ ਕਰਮਾਂ ਦਾ ਲੇਖਾ ਸਾਨੂੰ ਅੱਜ ਨਹੀਂ, ਕੱਲ ਨਹੀਂ, ਪਰਸੋਂ ਭੋਗਣਾ ਤੇ ਪਏਗਾ। ਕਹਿੰਦੇ ਨਾ ਉਹ ਰੱਬ ਜਿਹਨਾਂ ਨੂੰ ਅਸੀਂ ਰੱਬ ਮੰਨਦੇ ਹਾਂ, ਜੇ ਰਾਮਚੰਦਰ ਮਹਾਰਾਜ ਜੀ ਨੇ ਛੁਪ ਕੇ ਤੀਰ ਮਾਰਿਆ ਬਾਲੀ ਨੂੰ, ਤੇ ਫਿਰ ਕਹਿੰਦੇ ਉਹੀ ਬਾਲੀ ਭੀਲ ਬਣ ਕੇ ਕ੍ਰਿਸ਼ਨ ਨੂੰ ਉਹਨੇ ਮਾਰ ਦਿੱਤਾ। ਤੇ ਜੇ ਰੱਬ ਜਿਹੜੇ ਆਏ ਉਹਨਾਂ ਨੂੰ ਨਹੀਂ ਬਖਸ਼ਦਾ, ਉਹ ਰੱਬ ਜਿਹੜਾ ਓਂਕਾਰ ਹੈ, ਜਿਹੜਾ ਸਭ ਤੋਂ ਉਤਾਂ ਬੈਠਾ, ਉਹ ਸਰੀਰਿਕ ਰੱਬਾਂ ਨੂੰ ਉਹ ਨਹੀਂ ਬਖਸ਼ਦਾ। ਮੋਹਨ ਜੀ, ਭੋਲੇਨਾਥ ਤੋਂ ਵੱਡਾ ਕਿਹੜਾ ਰੱਬ? ਵਿਸ਼ਨੂੰ ਮਹਾਰਾਜ ਜੀ ਤੋਂ ਵੱਡਾ ਕਿਹੜਾ ਰੱਬ? ਬ੍ਰਹਮਾ ਜੀ ਤੋਂ ਵੱਡਾ ਕਿਹੜਾ ਰੱਬ? ਭੋਲੇਨਾਥ, ਉਹਨਾਂ ਦੇ ਘਰੋਂ ਉਹਨਾਂ ਦੀ ਮਿਸੇਸ ਸਤੀ ਬ੍ਰਹਮਾ ਜੀ ਦੇ ਸਾਹਮਣੇ ਜਾਂਦੇ ਨੇ, ਵਿਸ਼ਨੂੰ ਮਹਾਰਾਜ ਜੀ ਦੇ ਸਾਹਮਣੇ ਜਾਂਦੇ ਨੇ। ਉਹਨਾਂ ਦੇ ਖੁਦ ਪਿਤਾ ਪ੍ਰਜਾਪਤੀ ਦਕਸ਼ ਉਹ ਬੈਠੇ, ਰੱਬ ਦੀਆਂ ਸਾਰੀਆਂ ਤਾਕਤਾਂ ਬੈਠੀਆਂ, ਉਸ ਤੋਂ ਬਾਵਜੂਦ ਸਤੀ ਆਪਣੇ ਆਪ ਨੂੰ ਸਤੀ ਕਰ ਲੈਂਦੇ ਨੇ, ਆਪਣੇ ਆਪ ਨੂੰ ਅਗਨੀ ਦੇ ਹਵਾਲੇ ਕਰ ਦਿੰਦੇ ਨੇ। ਕੋਈ ਰੱਬ ਨਹੀਂ ਰੋਕ ਸਕਿਆ। ਤੇ ਸਾਰਿਆਂ ਨੇ ਕੀ ਕਿਹਾ? ਇਹ ਵਿਧੀ ਦਾ ਵਿਧਾਨ ਸੀ, ਇਹ ਰੱਬ ਦਾ ਭਾਣਾ ਸੀ। ਇਹਦਾ ਮਤਲਬ ਰੱਬ ਫਿਰ ਉਹ ਨਹੀਂ, ਰੱਬ ਕੋਈ ਹੋਰ ਹੈ ਜਿਹਦਾ ਭਾਣਾ ਉਹ ਦੇਵੀ ਦੇਵਤਿਆਂ ਨੂੰ ਵੀ ਮੰਨਣਾ ਪੈਂਦਾ। ਤੇ ਅਸੀਂ ਕਿੱਥੇ ਦੇ? ਅਸੀਂ ਕਿੱਥੇ ਦੇ? ਜਦੋਂ ਕਬੀਰ ਸਾਹਿਬ ਨੇ ਇੱਥੇ ਤੱਕ ਗੱਲ ਕਹਿ ਦਿੱਤੀ, ਕਹਿੰਦੇ ਕਿ ਏਕ ਡਾਲ ਦੋ ਪੰਛੀ ਬੈਠੇ, ਏਕ ਗੁਰੂ ਏਕ ਚੇਲਾ, ਗੁਰੂ ਕੀ ਕਰਨੀ ਗੁਰੂ ਭਰੇਗਾ, ਚੇਲੇ ਕੀ ਕਰਨੀ ਚੇਲਾ। ਇਸ ਤੋਂ ਉੱਪਰ ਕਿਹੜੀ ਗੱਲ ਰਹਿ ਗਈ? ਜਦੋਂ ਗੁਰੂ ਨੂੰ ਵੀ ਆਪਣੇ ਕਰਮ ਭੋਗਣੇ ਪੈਣਗੇ ਤੇ ਫਿਰ ਅਸੀਂ ਕਿੱਥੇ ਦੇ? ਸਾਨੂੰ ਕਰਮ ਨਹੀਂ ਭੋਗਣੇ ਪੈਣਗੇ। ਔਰ ਉਹ ਕਰਮ
ਜੋ ਸਾਨੂੰ ਪਤਾ ਨਹੀਂ ਅਸੀਂ ਕੀ ਕਰਦੇ ਹਾਂ। ਦੁਨੀਆ ਜਾਣੇ ਨਾ ਜਾਣੇ, ਦੁਨੀਆ ਦੇ ਅੱਗੇ ਅਸੀਂ ਮੈਨੀਪੂਲੇਸ਼ਨ ਕਰ ਸਕਦੇ ਹਾਂ। ਬਾਣੀ ਕਹਿੰਦੀ ਨਾ, ਆਪਸ ਕੋ ਜੋ ਭਲਾ ਕਹਾਵੇ ਕਿਸੇ ਭਲਾਈ ਨਿਕਟ ਨਾ ਆਵੇ। ਅਸੀਂ ਜੋ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਭਲਾ ਦਿਖਾਉਣ ਦੇ ਲੱਗੇ ਆ ਨਾ, ਉਹ ਦਾਤਾ ਜੀ ਨੇ ਪਹਿਲਾਂ ਹੀ ਨਿਗਲੈਕਟ ਕਰਤਾ। ਕਹਿੰਦੇ ਉਹਦੇ ਤੇ ਭਲਾਈ ਨਿਕਟ ਹੀ ਨਹੀਂ ਆਉਂਦੀ। ਹਾਂ, ਪਰ ਇਹ ਕਹਿਤਾ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਜਿਹਦੇ ਭੀਤਰ ਇਹ ਅਵਸਥਾ ਆ ਗਈ, ਪ੍ਰਣਵਤ ਨਾਨਕ ਤਾਰੇ ਸੋਏ, ਉਤਰ ਜਾਂਦੇ ਨੇ। ਸੈਲਫ ਰਿਅਲਾਈਜੇਸ਼ਨ, ਆਪਣੇ ਆਪ ਦਾ ਆਭਾਸ, ਆਪਣੇ ਆਪ ਦੇ ਲਈ ਸੱਚਾ ਹੋਣਾ, ਉਹੀ ਹੈ ਰੱਬ ਪਾਣਾ, ਉਹੀ ਹੈ ਜੀਵਨ ਦਾ ਮੂਲ ਇਨਸਾਨ ਹੋਣ ਦਾ। ਤੇ ਜਾਈ ਜਾਓ, ਤੀਰਥ ਸਥਾਨਾਂ ਤੇ ਜਾਓ, ਤੇ ਜਿਹੜਾ ਅੰਦਰ ਦਾ ਸਰੋਵਰ ਹੈ ਉਹਨੂੰ ਇਸ਼ਨਾਨ ਕਰਨ ਦੀ, ਉਹ ਅੰਦਰ ਦੀ ਸਫਾਈ ਦੀ ਗੱਲ ਤੇ ਕੋਈ ਨਹੀਂ ਪਹੁੰਚ ਸਕਦਾ। ਸੁਭਾਣਾ ਮੰਨ ਕੇ ਚੱਲੋ, ਆਪਣੇ ਜੀਵਨ ਨੂੰ ਆਪ ਰਿਅਲਾਈਜ਼ ਕਰੋ, ਆਪਣੇ ਜੀਵਨ ਦੀਆਂ ਕਮੀਆਂ ਨੂੰ ਆਪ ਰਿਅਲਾਈਜ਼ ਕਰੋ। ਆਪਣੇ ਆਪ ਦੀ ਲੜਾਈ ਸਾਨੂੰ ਆਪ ਲੜਨੀ ਪਏਗੀ, ਬਾਹਰੀ ਨਹੀਂ। ਬਾਹਰੀ ਤੇ ਚੱਲਦੇ ਰਹੇਗਾ। ਆਪਣੇ ਆਪ ਨੂੰ ਜਿੱਤਣ ਦੀ ਗੱਲ ਕੀਤੀ ਕਿ ਮਨ ਜੀਤਾ ਜਗ ਜੀਤ। ਉਸ ਮਨ ਨੂੰ ਜਿਹੜਾ ਜਿੱਤ ਗਿਆ, ਉਹ ਮਨ ਨੂੰ ਜਿੱਤਣ ਦੀ ਗੱਲ ਕੀਤੀ ਜਾਏ। ਇਹ ਦੁਨੀਆਦਾਰੀ ਨੂੰ ਜਿੱਤਣ ਦੀ ਨਹੀਂ, ਇਹਨੂੰ ਕੋਈ ਨਹੀਂ ਜਿੱਤ ਸਕਦਾ। ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਆ ਗਏ, ਉਹ ਨਹੀਂ ਜਿੱਤ ਸਕੇ। ਵੱਡੇ ਤੋਂ ਵੱਡੇ ਰੱਬ ਆ ਗਏ, ਉਹ ਨਹੀਂ ਜਿੱਤ ਸਕੇ। ਜੇ ਕਰਾਈਸਟ ਸਾਹਿਬ ਆਏ, ਉਹ ਵੀ ਨਹੀਂ ਜਿੱਤ ਸਕੇ ਦੁਨੀਆ ਨੂੰ। ਉਹਨੂੰ ਤੇ ਬਾਵਜੂਦ ਮੁਹੰਮਦ ਸਾਹਿਬ ਨੂੰ ਆਣਾ ਪਿਆ। ਹੋਰ ਦੇਵੀ ਦੇਵਤੇ, ਹੋਰ ਜਿਹੜੇ ਮਹਾਂਪੁਰਸ਼ ਆਏ, ਇਹ ਦੁਨੀਆ ਨੂੰ ਕੋਈ ਕਦੀ ਨਹੀਂ ਜਿੱਤ ਸਕਿਆ। ਤੇ ਅਸੀਂ ਕਿੱਦਾਂ ਜਿੱਤਾਂਗੇ? ਸਮੇਂ ਵਿਅਰਥ ਕਰਵਾਉਂਦੇ ਆ ਇਸ ਦੁਨੀਆ ਨਾਲ ਲੜਨ ਦਾ। ਇਹ ਦੁਨੀਆ ਨੂੰ ਲੜਨ ਦੀ ਬਜਾਏ ਆਪਣੇ ਆਪ ਨਾਲ ਲੜੀਏ। ਉਹ ਹੈ ਸਾਡੀ ਯੁੱਧ ਭੂਮੀ। ਉਹ ਕੋਸ਼ਿਸ਼ ਕਰਕੇ ਦੇਖੀਏ। ਹਰਟ ਨੂੰ ਬੈਲੈਂਸ ਕਿੱਦਾਂ ਕੀਤਾ ਜਾਏ, ਮੈਨੂੰ ਉਹ ਨਹੀਂ ਸਮਝ ਲੱਗੀ। ਸਮਬਡੀ ਹਰਟਸ ਮੀ, ਉਹ ਹਰਟ ਮੇਰੇ ਸਰੀਰ ਨੂੰ ਹੈ, ਮੇਰੇ ਮਨ ਨੂੰ ਹੈ, ਮੇਰੀ ਆਤਮਾ ਨੂੰ ਚੋਟ ਲੱਗੀ ਹੈ। ਹਾਊ ਟੂ ਬੈਲੈਂਸ ਇਟ, ਉਹ ਮੈਨੂੰ ਨਹੀਂ ਹਜੇ ਅੰਦਰ ਮਿਲਿਆ। ਡਾਕਟਰ ਕੋਲ ਗਏ ਆਪਾਂ, ਆਪਣੀ ਤਕਲੀਫ ਦੱਸੀ, ਡਾਕਟਰ ਨੇ ਸਾਨੂੰ ਦਵਾ ਦੇ ਦਿੱਤੀ। ਅਸੀਂ ਦਵਾਈ ਲਈ, ਘਰ ਜਾ ਕੇ ਰੱਖਤੀ। ਅਗਲੀ ਵਾਰੀ ਫੇਰ ਡਾਕਟਰ ਕੋਲ ਗਏ, ਫਿਰ ਡਾਕਟਰ ਨੇ ਪੁੱਛਿਆ ਕਿੱਦਾਂ? ਉਹ ਤੇ ਰੋਗ ਉਦਾਂ ਹੀ ਹੈ, ਪੇਨ ਤੇ ਉਦਾਂ ਹੀ ਹੈ। ਉਹ ਫਿਰ ਕਹੇ ਆ ਦਵਾਈ ਲੈ ਜਾਓ। ਫਿਰ ਦਵਾਈ ਲਈ, ਫਿਰ ਜਾ ਕੇ ਘਰ ਰੱਖ ਦਿੱਤੀ। ਕੀ ਅਸੀਂ ਜੀਵਨ 'ਚ ਇਹੀ ਨਹੀਂ ਕਰ ਰਹੇ? ਅਸੀਂ ਦਵਾਈ ਲੈ ਲੈਂਦੇ ਆ, ਅਸੀਂ ਉਹਦਾ ਸੇਵਨ ਨਹੀਂ ਕਰਦੇ। ਜਦੋਂ ਬਾਣੀ 'ਚ ਕਹਿ ਦਿੱਤਾ ਗਿਆ, ਕਹਿੰਦੇ ਸਰਬ ਰੋਗ ਕਾ ਔਖਦ ਨਾਮ। ਚਾਹੇ ਤੁਸੀਂ ਸਰੀਰਕ ਰੋਗ ਦੀ ਪੇਨ ਦੀ ਗੱਲ ਕੀਤੀ, ਚਾਹੇ ਮਾਨਸਿਕ ਪੇਨ ਦੀ ਗੱਲ ਕੀਤੀ, ਚਾਹੇ ਆਤਮਿਕ ਪੇਨ ਦੀ ਗੱਲ ਕੀਤੀ, ਇਹ ਨੇ ਸਾਡੇ ਸਰੀਰਕ, ਮਾਨਸਿਕ ਤੇ ਆਤਮਿਕ ਰੋਗ। ਤੇ ਇਹਦੀ ਔਸ਼ਧੀ ਦੱਸੀ ਹੈ ਨਾਮ। ਸਰਬ ਰੋਗ ਕਾ ਔਖਦ ਨਾਮ। ਤੇ ਕਿਸੇ ਫਕੀਰ ਦੇ ਸਤਸੰਗ 'ਚ ਜਦੋਂ ਬੈਠਿਆ ਜਾਂਦਾ, ਉਹ ਇਹੀ ਗੱਲ ਕਰਦੇ, ਸਿਮਰਨ ਕਰੋ। ਤੇ ਡਾਕਟਰ ਦੇ ਕੋਲ ਆਏ, ਡਾਕਟਰ ਨੂੰ ਆਪਣੀ ਪ੍ਰੋਬਲਮ ਦੱਸੀ, ਉਹਨੇ ਮੈਡੀਸਿਨ ਦੇ ਦਿੱਤੀ। ਫਿਰ ਬੀਂਗ ਬਾਬਾ ਜੀ ਅਸੀਂ ਪੁੱਛੀਏ ਕਿ ਅਸੀਂ ਪਿਛਲੀ ਵਾਰੀ ਜਦੋਂ ਮਿਲੇ ਸੀ, ਕਿ ਅਸੀਂ ਇਲਾਜ ਨਹੀਂ ਦੱਸ ਕੇ ਗਏ ਸੀ? ਕੀ ਵਾਕਈ ਅਸੀਂ ਸਿਮਰਨ ਕੀਤਾ? ਜੇ ਨਹੀਂ ਕੀਤਾ ਤੇ ਸਾਡੇ ਕੋਲ ਉਹੀ ਔਸ਼ਧ ਹੈ। ਕਲਯੁਗ ਕੇਵਲ ਨਾਮ ਆਧਾਰਾ। ਨਾਮ ਸਿਮਰ ਨਰੇ ਉਤਰਸ ਪਾਰਾ। ਉਹ ਜੋ ਸਿਮਰਨ ਕਰੇਗਾ, ਔਰ ਸਿਮਰਨ ਦੇ ਵਾਸਤੇ ਕੋਈ ਨਾਮ ਦੀ ਸਪੈਸੀਫਿਕੇਸ਼ਨ ਨਹੀਂ। ਕੋਈ ਮਰਾ ਕਰਕੇ ਉਸ ਰੱਬ ਨੂੰ ਪਾ ਗਿਆ, ਮਰਾ ਦਾ ਸਿਮਰਨ ਕਰਕੇ। ਕੋਈ ਰਾਮ ਕਰਕੇ ਪਾ ਗਿਆ, ਕੋਈ ਅੱਲਾ ਕਹਿ ਕੇ, ਕੋਈ ਵਾਹਿਗੁਰੂ ਕਹਿ ਕੇ। ਪਾਇਆ ਕਿਨੇ? ਜਿਹਨੇ ਸਿਮਰਿਆ, ਜਿਹਨੇ ਸਿਮਰਿਆ। ਤੇ ਸਿਮਰਨ ਨਾ ਕਰੀਏ, ਭਾਵ ਦਵਾਈ ਨਾ ਖਾਈਏ, ਔਰ ਆਪਾਂ ਸੋਲੂਸ਼ਨ ਲੱਭੀਏ, ਇਹਦੇ ਸੋਲੂਸ਼ਨ ਨਹੀਂ ਹੋ ਸਕਦੇ। ਇਹ ਸਾਡੀ ਆਪਣੀ ਯੁੱਧ ਭੂਮੀ ਹੈ, ਸਾਨੂੰ ਆਪ ਲੜਨਾ ਪਏਗਾ, ਸਾਨੂੰ ਬਹਿਣਾ ਪਏਗਾ। ਕਦੀ ਯਕੀਨ ਕਰਕੇ ਤੇ ਦੇਖੀਏ ਕਿਸੇ ਫਕੀਰ ਦਾ, ਜੇ ਕਹਿਤਾ ਸਿਮਰਨ ਕਰ ਬੰਦਿਆ, ਕਰਕੇ ਤੇ ਦੇਖੋ। ਧਿਆਨ ਸਾਧਨਾ, ਭੀਤਰ ਜਾ ਕੇ ਤੇ ਦੇਖੋ। ਫਿਰ ਸਹਿਨਸ਼ੀਲਤਾ ਵੱਧ ਜਾਂਦੀ। ਉਹ ਭੋਲੇਨਾਥ ਜਿਹਦੇ ਨਾਂ ਤੇ ਅੱਜ ਵੀ ਅਸੀਂ ਸੰਤਾਨ ਪ੍ਰਾਪਤ ਕਰ ਲੈਂਦੇ ਆ, ਉਹ ਭੋਲੇਨਾਥ ਜਿਹਦੇ ਨਾਂ ਤੇ ਅੱਜ ਵਰਤ ਰੱਖ ਕੇ ਵਿਆਹ ਸ਼ਾਦੀਆਂ ਹੋ ਜਾਂਦੀਆਂ, ਤੇ ਉਹਨਾਂ ਦਾ ਭੋਲੇਨਾਥ ਦਾ
ਕੋਈ ਆਪੇ ਆਪ ਦੱਸ ਦੇਵੇ ਕਿ ਮਾਂ ਪਾਰਵਤੀ ਜੋ ਉਹਨਾਂ ਦੇ ਜੀਵਨ 'ਚ ਐਸੀ ਕਿੰਨਵਾਂ ਜਨਮ ਸੀਗਾ ਉਹਨਾਂ ਦਾ ਭੋਲੇਨਾਥ ਤੱਕ ਪਹੁੰਚਣ ਦਾ? 108। ਤੇ ਉਹਨਾਂ ਨੂੰ ਖੁਦ ਆਪਣੀ ਇੰਨੀ ਸਟਰਗਲ ਕਰਨੀ ਪਈ। ਉਹਨਾਂ ਦੇ ਸਮਕਸ਼ ਅਸੀਂ ਤੇ ਸੰਤਾਨ ਲੈ ਲੈਂਦੇ ਹਾਂ, ਉਹ ਮਾਂ ਪਾਰਵਤੀ ਨੂੰ ਗ੍ਰਹਸਥ ਜੀਵਨ ਦੀ ਸੰਤਾਨ ਨਹੀਂ ਦੇ ਸਕੇ। ਮਾਂ ਪਾਰਵਤੀ ਖੁਦ ਸ਼ਰਾਪਤ ਸੀਗੇ, ਨਹੀਂ ਉਹ ਉਸ ਤਰੀਕੇ ਨਾਲ ਸੰਤਾਨ ਨੂੰ ਜਨਮ ਨਹੀਂ ਦੇ ਸਕਣਗੇ। ਕਾਰਤਿਕੇय ਜੀ ਦਾ ਜਨਮ ਕਿਵੇਂ ਹੋਇਆ, ਕੀ ਦੁੱਖ ਤਕਲੀਫਾਂ ਹੋਈਆਂ, ਗਣੇਸ਼ ਜੀ ਦੇ ਜੀਵਨ ਦੇ ਵਿੱਚ ਕੀ ਹੋਇਆ, ਉਹਨਾਂ ਨੇ ਤੇ ਭਾਣਾ ਮੰਨਿਆ, ਉਹਨਾਂ ਨੇ ਤੇ ਕੰਪਲੇਨ ਨਹੀਂ ਕੀਤੀ, ਦੁਨੀਆ ਨੂੰ ਦੇ ਰਹੇ। ਉਹਨਾਂ ਨੂੰ ਤੇ ਕਰਮ ਭੋਗਣੇ ਪਏ। ਵਿਸ਼ਨੂੰ ਮਹਾਰਾਜ ਜੀ ਦੱਸੋ ਕਿੰਨੀ ਸੰਤਾਨ ਹੈ? ਕੋਈ ਦੱਸ ਦੇਵੇ ਉਹਨਾਂ ਦੀ ਸੰਤਾਨ ਦਾ ਨਾਮ। ਦੱਸੋ ਕਿਸੇ ਨੂੰ, ਆਪ ਤੇ ਹੋ, ਕੋਈ ਦੱਸ ਦੋ ਵਿਸ਼ਨੂੰ ਮਹਾਰਾਜ ਜੀ ਦੀ ਸੰਤਾਨ ਕਿੰਨੀ ਸੰਤਾਨ ਸੀ, ਕਿੰਨੇ ਬੱਚੇ ਸੀ, ਉਹਨਾਂ ਦਾ ਨਾਂ ਕੀ ਸੀਗਾ? ਹੈ ਹੀ ਨਹੀਂ। ਪਰ ਉਹ ਕੀ ਸਾਡੀਆਂ ਅਰਦਾਸਾਂ ਨਹੀਂ ਮੰਨਦੇ? ਉਹਨਾਂ ਦੇ ਨਾਂ ਤੇ ਸਾਨੂੰ ਕੀ ਸੰਤਾਨਾਂ ਨਹੀਂ ਮਿਲਦੀਆਂ? ਉਹ ਜਿਹੜੇ ਰਾਮਚੰਦਰ ਮਹਾਰਾਜ ਜੀ, ਉਹਨਾਂ ਦੇ ਤੇ ਬੱਚੇ ਨਿਆਣੇ ਰੁੱਲ ਗਏ, ਯੁੱਧ ਕਰਨਾ ਪੈ ਗਿਆ। ਤਾਂ ਜੀਵਨ ਦੇ ਵਿੱਚ ਅਸੀਂ ਕੋਈ ਖਾਸ ਨਹੀਂ। ਉਸ ਰੱਬ ਨੂੰ ਸਾਡੇ, ਦੇਖੋ ਰੱਬ ਤੋਂ ਮਹਾਨ ਕੋਈ ਨਹੀਂ। ਰੱਬ ਤੋਂ ਮਹਾਨ ਕੋਈ ਨਾ ਹੋਣ ਦੇ ਬਾਵਜੂਦ ਸਾਨੂੰ ਦੁੱਖ ਤਕਲੀਫਾਂ ਆਉਂਦੀਆਂ। ਇਹਦਾ ਮਤਲਬ ਕੀ? ਪੂਰਬਲੇ ਜਨਮਾਂ ਦਾ ਲੇਖਾ ਹੋਇਆ। ਜਦੋਂ ਜੀਵ ਆਤਮਾ ਨੂੰ ਇਹ ਸਰੀਰ ਮਿਲਿਆ, ਰੱਬ ਨੂੰ ਪਤਾ ਸੀ ਕਿ ਇਹਦੇ ਇੰਨੇ ਮਾੜੇ ਕਰਮ ਨੇ, ਇਹਨੂੰ ਇੰਨੀਆਂ ਦੁੱਖ ਤਕਲੀਫਾਂ ਸਹਿਣੀਆਂ ਪੈਣਗੀਆਂ। ਅੰਦਰ ਉਹ ਸਹਿਣ ਸ਼ਕਤੀ ਵੀ ਉਨੀ ਦੇ ਦਿੰਦਾ। ਉਹਨੂੰ ਪਤਾ ਕਿ ਥੋੜਾ ਜਿਹਾ ਤਕਲੀਫ ਹੋਏਗੀ, ਇਹਨੇ ਮਰ ਮੁਰ ਜਾਣਾ ਤੇ ਇਹਦੇ ਕਰਮ ਫੇਰ ਰਹਿ ਜਾਣਗੇ। ਉਹ ਸਾਡੇ ਅੰਦਰ ਮਿਹਦਾ ਦੇ ਦਿੰਦਾ, ਉਹਨਾਂ ਸਟਰੋਂਗ। ਤੇ ਦੇਖੋ ਜਿੰਨੇ ਕੁ ਵੱਡੇ ਉਪਾਧੀਆਂ ਦੇ ਜੀਵ ਨੇ, ਉਹਨਾਂ ਦੇ ਜੀਵਨ 'ਚ ਜ਼ਿਆਦਾ ਦੁੱਖ ਤਕਲੀਫ ਹੁੰਦੀ ਹੈ ਔਰ ਉਹ ਸਹਿ ਰਹਿੰਦੇ। ਰੱਬ ਨੂੰ ਪਤਾ ਹੁੰਦਾ, ਉਹ ਪਹਿਲਾਂ ਹੀ ਸਾਡੇ, ਜਿੱਦਾਂ ਘੜਾ ਬਣਾਉਣ ਵੇਲੇ ਨਾ ਘੁਮਾਰ ਬਾਹਰੋਂ ਥਾਪੀ ਦਿੰਦਾ ਤੇ ਅੰਦਰ ਹੱਥ ਰੱਖਿਆ ਹੁੰਦਾ। ਇਹ ਰੱਬ ਦਾ ਕੰਮ ਹੈ। ਉਹ ਇੱਕ ਪਾਸੇ ਸਾਨੂੰ ਸਜ਼ਾ, ਕਿਉਂਕਿ ਕਸੂਰ ਸਾਡੇ ਨੇ, ਜੀਵ ਆਤਮਾ ਨਹੀਂ ਰਿਅਲਾਈਜ਼ ਕੀਤਾ, ਸਜ਼ਾ ਭੁਗਤਦੇ ਆ। ਪਰ ਨਾਲ ਉਹ ਸਾਨੂੰ ਫਿਰ ਜੀਵਨ 'ਚ ਕੋਈ ਫਕੀਰ ਭੇਜ ਦੇਗਾ, ਇਰਦ ਗਿਰਦ ਜੀਵ ਭੇਜ ਦੇਣਗੇ। ਫਿਰ ਸਾਡੀ ਚੋਇਸ ਹੁੰਦੀ, ਅਸੀਂ ਕਿਹੜੀ ਕੰਪਨੀ ਚੂਜ਼ ਕਰਦੇ। ਦੁਨੀਆ ਦੇ ਵਿੱਚ ਲੜਾਈ ਕਿਸੇ ਧਰਮ ਦੀ ਨਹੀਂ, ਲੜਾਈ ਹੈ ਦੇਵਤਿਆਂ ਦੀ ਤੇ ਰਾਖਸ਼ਾਂ ਦੀ। ਤੇ ਦੇਵਤੇ ਕੌਣ? ਉਹ ਜੋ ਇਨਸਾਨਾਂ ਦੇ ਲਈ ਚੰਗਾ ਕੰਮ ਕਰਦੇ, ਉਹ ਜੋ ਪ੍ਰਕਿਰਤੀ ਦੇ ਲਈ ਚੰਗਾ ਕੰਮ ਕਰਦੇ, ਉਹ ਜੋ ਲੋਕ ਭਲਾਈ ਦੇ ਕੰਮ ਕਰਦੇ, ਉਹ ਦੇਵਤਾ। ਤੇ ਰਾਖਸ਼ ਕੌਣ? ਜੋ ਇਹਦੇ ਅਗੇਂਸਟ ਨੇ, ਇਨਸਾਨਾਂ ਦੇ ਖਿਲਾਫ, ਪ੍ਰਕਿਰਤੀ ਦੇ ਖਿਲਾਫ, ਇਨਸਾਨੀਅਤ ਦੇ ਖਿਲਾਫ, ਉਹ ਰਾਖਸ਼ ਨੇ। ਤੇ ਚਾਹੇ ਜੋ ਮਰਜ਼ੀ, ਜਿੰਨਾ ਵੀ ਵੱਡਾ ਰਾਖਸ਼ ਹੋਇਆ, ਉਹਨੇ ਅਖੀਰ ਸਜ਼ਾ ਪਾਈ। ਹੁਣ ਉਹਨਾਂ ਨੂੰ ਛੱਡ ਦਈਏ, ਆਪਣੇ ਅੰਦਰ ਨਿਗਾਹ ਮਾਰੀਏ, ਕੀ ਸਾਡੇ ਕਰਮ ਦੇਵਤਿਆਂ ਵਾਲੇ ਨੇ ਕਿ ਰਾਖਸ਼ਾਂ ਵਾਲੇ? ਕਿ ਅਸੀਂ ਦੂਜਿਆਂ ਦਾ ਭਲਾ ਮੰਗਦੇ ਹਾਂ? ਕਿ ਅਸੀਂ ਇਸ ਇਨਸਾਨੀਅਤ ਦੇ ਲਈ ਚੰਗੇ ਕਰਮ ਕਰ ਰਹੇ ਹਾਂ? ਕਿ ਇਸ ਦੀ ਚੰਗੇ ਆਊਟਕਮ ਦੇ ਲਈ ਕੀ ਸਾਡੀ ਕੰਪਨੀ ਉਹ ਬੰਦਿਆਂ ਦੀ ਹੈ ਜੋ ਰਾਖਸ਼ ਨਹੀਂ, ਦੇਵਤਾ ਹਨ? ਇਹ ਸਾਨੂੰ ਪਤਾ ਹੁੰਦਾ। ਤੇ ਉਹਨੇ ਆਪੇ ਹੀ ਲੱਭ ਲੈਣਾ ਰੱਬ ਨੇ। ਜੇ ਰਾਖਸ਼ ਹਾਂ ਤੇ ਸਾਨੂੰ ਸਜ਼ਾ ਮਿਲਣੀ, ਜੇ ਦੇਵਤਿਆਂ ਦੇ ਪਰਵਾਨੇ ਜਾਵਾਂਗੇ। ਕਰਮ ਸਾਡੇ ਨੇ, ਅਸੀਂ ਅੰਦਰੋਂ ਸੱਚ ਦੇ ਵਿੱਚ ਕਿਹੋ ਜਿਹਾ ਜੀਵਨ ਜੀ ਰਹੇ ਹਾਂ। ਬਾਹਰ ਹੀ ਇਹ ਸਭ ਭੇਖ ਹੈ। ਅਸੀਂ ਜਿੰਨੇ ਬੈਠੇ ਹਾਂ ਸਭ ਭੇਖ ਦੱਸ ਰਹੇ ਹਾਂ ਇੱਕ ਦੂਜੇ। ਸਤਸੰਗ ਸੁਣੀ ਜਾ ਰਹੇ ਹਾਂ। ਇਹ ਹੈ ਕੌਨਸ਼ੀਅਸ ਮਾਈਂਡ, ਆਪਣੇ ਆਪ ਦਾ ਕੰਟਰੋਲ ਕਰਕੇ ਬੈਠੇ ਹਾਂ। ਸਬ ਕੌਨਸ਼ੀਅਸ, ਉਹ ਸਬ ਕੌਨਸ਼ੀਅਸ ਜੋ ਅੰਦਰ ਚੱਲ ਰਿਹਾ ਸਾਡੇ, ਉਹ ਸਾਡੀ ਸੱਚਾਈ ਹੈ। ਔਰ ਉਹਦਾ ਲੇਖਾ ਰੱਬ ਦੇ ਘਰ 'ਚ ਪੁੱਛਿਆ ਜਾਂਦਾ। ਉਹ ਸਾਡੇ ਜੀਵਾਂ ਦੀ ਸੱਚਾਈ ਹੈ ਔਰ ਉਹਦੇ ਬਾਰੇ ਪੁੱਛਿਆ ਜਾਂਦਾ। ਲੇਖਾ ਰੱਬ ਮੰਗੇਸਿਆ ਜੋ ਸਾਡੇ ਅੰਦਰ ਇਸ ਮੂਮੈਂਟ 'ਚ ਚੱਲ ਰਿਹਾ, ਔਰ ਉਹ ਉਹੀ ਸਾਡਾ ਆਊਟਕਮ ਭਾਵ ਬਾਹਰ ਦੁਨੀਆ ਦੇ ਵਿੱਚ ਫਿਰ ਅਸੀਂ ਉਹੀ ਕੰਮ ਕਰਦੇ। ਪਹਿਲਾਂ ਮਨ ਦੇ ਜ਼ਰੀਏ ਅੰਦਰ ਕਰਨਾ ਸ਼ੁਰੂ ਕਰਦੇ ਹਾਂ। ਬਾਹਰ ਤੇ ਬਸ ਇੱਕ ਐਕਸ਼ਨ ਹੀ ਲੈਣਾ ਹੁੰਦਾ। ਕਿਸੇ ਨਾਲ ਬੁਰਾਈ, ਕਿਸੇ ਦੀ ਤਬਾਹੀ, ਜੀਵ ਪਹਿਲਾਂ ਹੀ ਪਲਾਨ ਕਰਨ ਲੱਗ ਜਾਂਦਾ ਅੰਦਰ। ਕਿਸੇ ਦਾ ਚੰਗਾ ਕਰਮ ਕਰਨਾ,
ਚੰਗਾ ਕੋਈ ਫਾਇਦਾ ਕਰਨਾ ਹੈ, ਜੀਵ ਪਹਿਲਾਂ ਹੀ ਡਿਸਾਈਡ ਕਰਨ ਲੱਗ ਜਾਂਦਾ ਪੀਟਰ। ਐਕਸ਼ਨ ਤੇ ਫਿਰ ਸਰੀਰ ਨੇ ਜਸਟ ਫੋਲੋ ਕਰਨਾ ਹੁੰਦਾ ਹੈ, ਚੰਗਾ ਜਾਂ ਮਾੜਾ ਉਹ ਸਰੀਰ ਉੱਠ ਕੇ ਕਰ ਦਿੰਦਾ। ਠੀਕ ਹੈ ਸਿਮਰਨ, ਸੈਲਫ ਰਿਅਲਾਈਜੇਸ਼ਨ। ਔਰ ਉਹੀ ਗੱਲ ਆਂਦੀ ਕਿ ਤੇਰਾ ਭਾਣਾ मीठा लागे दाता, तेनू ये रजा ना, ठीक है जरूर इससे कोई ना कोई जरूर कारण है, मेरी कोई कमियां ने, कोई नहीं दाता मैनू इन्ना हौसला दे, मैं समय चो निकल जाना। समा एक नहीं रहिंदा, समा हमेशा एक नहीं रहिंदा। और वो रब की ताकत ऐसी है, कहते जल ते थल करे, थल ते कूआ, कूप ते महल करावे, धरती ते आकाश चढ़ावे, चढ़े आकाश गिरावे, खल मूरख ते पंडित कर वो, पंडित ते मुगधारी, नारी ते जो पुर करावे, पुरखन ते जो नारी। ये रब की ताकत है। यकीन ते करिए, साडा यकीन खत्म हो गया उस रब तो। असी या आप रब हो गए या रब असी मुकाता, रब है ही नहीं। जीवन अपना देखिए, ठीक है। ऑल डन? हाँ जी। अब बहुत सारे धर्म है कि मतलब हिंदू धर्म और सिख सब, पर सबके अंदर इंफॉर्मेशन बिल्कुल डिफरेंट है। तो ये जो नॉलेज है वो सिर्फ हम लोगों को कैसे मिले, मतलब बाकियों को नहीं मिल रही, उसके क्या आप नहीं कर सकते हैं कि वो भी फॉलो कर रहे हैं? See, there are 2-3 things before we proceed. There's a difference between धर्म and मजहब। हम यहाँ धर्म मजहब नहीं है। धर्म है हमारी प्रॉमिस, हमारी कमिटमेंट। ये जो हम बात कर रहे हैं क्रिश्चियनिटी की, हिंदुइज्म की, बुद्धिज्म की, सिखिज्म की, ये मजहब है। फर्स्ट थिंग। सेकेंडली, हमने जो बातें की, दिस इज नॉट नॉलेज। वॉट वी आर डिस्कसिंग नाउ, जी असी गल कर रहे हैं साध संगत जी, ये ज्ञान नहीं है, ये जानकारी है। दिस इज जस्ट अ इंफॉर्मेशन, दिस इज नॉट नॉलेज। हियर वी मेक मिस्टेक। दिस विल बिकम नॉलेज once we going to consume this, we'll going to put this in our life, and once we started following these procedures, that will be considered hamara gyan, that will be considered knowledge. Whatever I said now, this was the information which I gave you. आपको जानकारी मिली है, इससे ज्ञान नहीं मिला। ज्ञान तब मिलेगा जब आप इन बातों पे गौर करें, आप रियलाइज करें कि सच बाबा जी ने कहा है, मैं शरीर नहीं हूं, मैं किन चक्रों में पड़ा हूं, मैं जीवात्मा हूं। लेट मी फाइंड माई सेल्फ, हु आई एम, वेयर आई एम। वंस यू विल स्टार्ट प्रैक्टिसिंग, वंस आप इस चीज पे काम करना शुरू करेंगे, और जैसे जैसे हम उसमें इंप्रूव होंगे, उसे हम कहेंगे ये हमारे जीवन का ज्ञान है। जो अब हुआ ये इंफॉर्मेशन थी, विच कुड बी नॉलेज फॉर मी, बट फॉर यू गाइस इट्स ओनली ए इंफॉर्मेशन। तो आपने जो बात कही, अलग अलग धर्म हैं, अलग अलग मजहब हैं। धर्म एक ही है कि यह जीवात्मा उस परम पिता परमात्मा को मिल जा तू, और वो मौका बीइंग ह्यूमन, इंसान होते हुए भी मिलता है। और जो 84 लाख जोनिया की बात की गई ना, जानवर, पक्षी, परिंदे, कीटाणु, जीवाणु, जल में जो विलीन, ये पहाड़, ये पेड़, ये सब जोनिया, ये लिविंग बींग्स, ये हम सब होके आए हैं। उसमें हमें अपॉर्चुनिटी नहीं मिली भगवान को प्राप्त करने की। भगवान को प्राप्त करने की, सच्चाई तक पहुंचने की यही अपॉर्चुनिटी है, बीइंग ह्यूमन। सो सबसे जो मेन इंपॉर्टेंस है बीइंग ह्यूमन का, वो यही है कि ये शरीर छोड़ने से पहले उस परमात्मा को पालो। ना कि मैंने जमीन जायदाद बना ली, मैंने रिश्ते नाते बना लिए, मैंने पैसा कमा लिया। ये हम सभी जानते हैं साथ नहीं जाएंगे, ये नहीं जाएंगे। तो कुछ जाएगा वहां। वो यही है कि ये शरीर छोड़ने से पहले हम अपने आप को ढूंढ लें,
और इसी शरीर में वो रब है। जो हम दुनिया भर में ट्रैवल कर रहे हैं, हमारी ट्रैवल सिर्फ इतनी है, ये 5 से 6 फीट का शरीर, इसी में हमने पहले अपने आप को, जीवात्मा अपने आप को ढूंढे और इसी में से फिर उस परमात्मा को ढूंढ लें। द डे वी मीट ईच अदर, दैट्स कंसीडर कंप्लीशन। इस शरीर में जीवात्मा को जब तक वो रब नहीं हो जाती, उससे कम की बात नहीं है। रब होके ही जाना है। रब से नीचे की बात अगर गई तो बात नहीं बनी, फिर कमी रह गई। अब आप बोलोगे ऐसे कैसे हो सकता है? हम अपने आप को शरीर मान के बैठे हैं, बात की किसी ने ध्यान नहीं दिया, कि किसी ने एक्सेप्टेंस नहीं की, बात चल रही है। अब बताते हैं, अगर हमने बाई चांस किसी ने अपने आप को मान लिया कि मैं आत्मा हूं, जीवात्मा हूं। अब एक ग्राफ है, ग्राफ देखा होगा, एक्स एक्सिस वाई एक्सिस, अब आप पढ़े लिखे सारे। अब एक्स और वाई एक्सिस जहां मिलती है वहां 0 होता है, पता है ना? उसके ऊपर फिर वी कैन पुट द फिगर्स, नंबर्स। अब वो जो 0 है, जहां एक्स एंड वाई मिलते हैं, वो है स्टेज आत्मा की। आत्मा गुरबानी कहती है, अंत काल जो मंदर सिमरै, ऐसी चिंता में जय मरै, प्रेत जोन वल वल उतरे। भाव, अपने शरीर छोड़ने से पहले जो जीव अपने घर बार, मकान, जायदाद की बातें करते करते मरता है, उसे प्रेत जोनी में जाना पड़ता है। कहते ना, उस घर में जाओ जी, प्रेत फाड़ लेंदा, वो जीवात्मा वहीं भटकती रहेगी प्रेत बन के। सो इसका मतलब वो जो आत्मा है, उससे एक नीचे का लेवल है जीवात्मा का, जिसे हम कहते प्रेत आत्मा, माइनस में चली गई। अब हमें चैन क्यों नहीं पड़ता? हम इतने क्यों हारे हुए हैं? आत्मा और परमात्मा ये सेम है, सेम एलिमेंट्स हैं। एक बूंद पानी की और एक तरफ धरे समुद्र, ओशियन, फर्क सिर्फ इतना है, जो समुद्र में एलिमेंट्स हैं और वो एक बूंद में एलिमेंट्स हैं, दे बोथ आर सेम। आप माइक्रोस्कोप देख लो, द मोमेंट वो वाटर ड्रॉप उस समुद्र में चली जाए, आप फिर डिस्टिंग्विश नहीं कर सकोगे, उस बूंद को दोबारा नहीं ढूंढ सकोगे, वो उसी का पार्ट हो जाएगी। दैट्स व्हाट वी आर, जीवात्मा, आत्मा, और वो ओशियन, परमात्मा। अब जब इस जीव आत्मा ने रियलाइज कर लिया कि मैं आत्मा हूं, और हम अपने आप में चेक कर लें, अगर रियलाइज कर लिया, तो अब देखें वाकई हम आत्मा हैं या कहीं हम प्रेत आत्मा तो नहीं है, जो हमारे अपने इर्द गिर्द जीवों को सिर्फ और सिर्फ तंग परेशान करते हैं किसी ना किसी तरीके से। या वी आर ऑलवेज इन दिस प्लान कि मैं उसे कैसे बदला लूं, उसे कैसे परेशान करूं। प्रेत आत्मा का यही काम होता है। तो रियलाइज करें, आत्मा के लेवल पे हैं आज, जब से नीचे गिर के प्रेत आत्मा बन के घूम रहे। अगर रियलाइज कर लिया, प्रेत आत्मा से उठ गए, फिर हम 0 पे आ गए, दैट्स कॉल्ड रीसेट। एंड फ्रॉम देयर राजेश जी जर्नी शुरू होती। फिर जीव, जो आपने बात की धर्म के, धर्म वो नहीं जिसकी आपने बात की, वो मजहब है। धर्म वो है जो इस इंसानियत के लिए अच्छे काम करे, और वो अच्छे काम सिर्फ अपने आर परिवार के लिए नहीं, अपने मजहब वालों के लिए नहीं, जो कोई भी आ जाए अपनी नीयत बनाए कि मैंने इसका भला करना है, मैंने इसकी मदद करनी है जितनी भी मेरी कैपेसिटी है। आई डोंट केयर ही बिलोंग्स टू विच रिलीजन, किस मजहब से है, मेरे परिवार का है या नहीं। पंजाबी समझते हो, कहते ना, अन्ना वंडे रेवड़ियां मुड़ मुड़ अपने नु, वो धर्म का काम नहीं है। जहां हमारे पास अगर किसी को 1 रुपए की मदद की भी हिम्मत हो, तो हम ये ना देखें उसे दूं या उसे दूं। जहां जरूरतमंद लगा मिल दे दिया, जहां जरूरतमंद लगा कि इससे मदद की जरूरत है, ये ना देखें किस मजहब से है, किस कम्युनिटी से है, किस देश से है।
हमें सिर्फ वो दिखे इंसान है, उसे मदद की जरूरत है, हमने कर दी। जब जीव आत्मा ये धर्म के काम करने लगती है तो इस जीव आत्मा का लेवल बढ़ जाता है। वो धर्म के काम करने लगी, मजहब के नहीं, वो धर्म के काम करने लगी और उस जीव आत्मा के साथ एक शब्द लग गया, धर्म आत्मा, धर्मात्मा। उन जीवों के नाम के साथ लग जाता है, ये बहुत धर्मात्मा आदमी। वो कुछ भी नहीं, वो जीव आत्मा धर्म के काम करने लग गई, इस इंसानियत के लिए, इस प्रकृति के लिए, इस ब्रह्मांड के लिए अच्छे काम करने लगी। वो धर्म आत्मा हो गई, पर उसे शॉर्ट में कह दिया धर्मात्मा। कई जीव होते हैं अपने जीवन में धर्म आत्मा तक ही होके जीवन गुजार के चले जाते हैं, उससे आगे नहीं जा सकते। फिर उनसे आगे होता है जो कहता है कि मैं यही नहीं सीमित होऊंगा, मैंने और महान काम करने हैं, दुनिया से हट के काम करने हैं, इस दुनिया की भलाई के लिए, बेहतरी के लिए। तो वो धर्मात्मा जो कोई महान काम कर देता है, उस आत्मा के साथ एक शब्द लग जाता है, महान आत्मा, जो महान हो जाती है, हम जैसे जीव आत्माओं से ऊंची, जिसे हम नाम देते हैं महात्मा। उस आत्मा के साथ ये शब्द लग जाता है, जिसे हम कहते हैं ये कोई महात्मा है। और महात्मा, महाआत्मा के ऊपर एक ही अवस्था बचती है, जिसे हम कहते हैं परमात्मा, जिसे हम शॉर्ट में कह देते हैं परमात्मा। महाआत्मा के बाद एक ही स्टेप रह जाता है उस परमात्मा को पाने का, और वो जब तक हम नहीं पाते, जिसे कबीर साहब ने कहा, कबीर राम दो एक भय हैं, को न सके पहचान। भाव सूरज किरण एक हो गए, जल का जल हुआ राम। वो पानी की बूंद जो थी उस भवसागर, उस ओशन में जाके विलीन हो गई, अब उसी का रूप हो। ये है हमारा जीवात्मा का सफर। ये नहीं जो हम अपने जीवन में जी रहे हैं, ये करना पड़ेगा, कारण गृहस्थ जीवन है, ड्यूटीज करनी पड़ेंगी। पर 24 घंटों में से 15 मिनट, आधा घंटा, 1 घंटा हमें अपने लिए, सिर्फ और सिर्फ अपने लिए समय निकालना चाहिए, जिसमें कोई रिश्ते नाते ना हो, जिसमें कोई कारोबार, नौकरी, धर्म कर्म और कुछ भी ना हो। अपने लिए समय निकाले जीव, कि हु आई एम, वेयर आई एम, व्हाट एग्जैक्टली आई एम डूइंग। कहीं तरक्की हुई, योनि चक्रों में उसी माया में फंसे हैं। और ये शरीर दिन दिन औदकटत है, रोजाना इसकी उम्र कम हो रही है। और ये ना सोचें कि हम में खुशनसीबी होगी, हम बुजुर्ग होके मरेंगे, ये शरीर छोड़ेंगे। हम आदमी हैं एकदमी, दम आया, सांस आया, हम जीवित हैं। अगला सांस नहीं है तो मुर्दा, लाश पड़ी है, मुर्दा है। ये भूल जाए कि हम कल कर लेंगे, कल नहीं आएगा कभी भी। वो जो अपनी जिम्मेवारियां पूरी कर चुके हैं, उन्हें आज भी रियलाइज कर लेना चाहिए, अब मैंने ड्यूटी कर ली। भगवान का शुक्र मनाएं कि शुक्र भगवान, प्रभु तूने मुझसे ये सेवा ले ली गृहस्थ जीवन की, अब मुझे आत्मिक मार्ग पे ले चल। नहीं तो कल ही बात कर रहे थे, किसी ने जीवन में इतना पैसा कमाया तो किसी ने पूछा कितना पैसा तेरे पास? कहते मेरे पास इतना पैसा कि मेरी 7 पुश्तें बैठ के खाएं तो भी ये पैसा खत्म ना हो। कहता जब इतना कमा लिया तो टिक के बैठ क्यों नहीं जाता, और क्यों तू भागम भाग में लगा? तो सोन भाजियो कहता जी 8वीं पीढ़ी भी खा ले तो की फर्क पड़ेगा। ये है हम इंसानों की भूख, ये है हम इंसानों की भूख। और जो आपने बात की नॉलेज की, इंफॉर्मेशन की, दैट्स व्हाट आई टोल्ड, कि हम खुश नसीब हैं, हमें ये सत्संग मिला और हमने ये बातें डिस्कस की। सभी खुश नसीब नहीं होते, सभी के साथ ये बातें नहीं होती। कोई मजहब में फंसा है, कोई कौमों में फंसा है, कोई रंग भेद में फंसा है, कोई जात पात में फंसा है, और ये सब फंसे हैं सिर्फ और सिर्फ नफरत के लिए, इंसानियत को खत्म करने के लिए, और कुछ भी नहीं।
आप 10 साल पहले वाली इंसानियत देखें और आज की देखें, आप 20 साल पहले की इंसानियत देखिए, आज की देखिए। हम मंदे हालों में गए हैं, बुरे हालों में गए हैं। कहीं से भी आपको कोई वो ठंडी हवा नहीं आएगी सुख शांति की कि ये ठीक हो रहा है। धर्म वो होता है, ये मेरे धर्म की बहन है, ये मेरे धर्म का भाई है। उसमें क्या है? सिर्फ कमिटमेंट है, मैंने मान लिया। और धर्म वही है जो जीव आत्मा जब मात गर्भ में, उदर में, वो जीव आत्मा जब शरीर में उल्टे लटकी होती है, नरकुंड माना जाता है। उस समय में वो जीव आत्मा उस रब से कमिटमेंट, धर्म की बात करती कि हे प्रभु, ये अखीरला मौका जो आपने मुझे दिया, शुक्र है। अब मैं वायदा मैं आपको पाऊंगी, आपकी बताई बातें मैं वही करूंगी। इसीलिए जैसे बच्चे का जन्म होता है, कहा जाता है ये रब का रूप है। और याद रखें, आप लोगों को सभी को स्टोरी याद होगी, इंग्लिश में, हिंदी में, हर एक धर्म में भी, ये मजहबों में बात की जाती। एडम एंड ईव का नाम सुना हुआ है हमने, सभी ने सुना हुआ है। आप भी बता दें। जो सबसे पहले इस दुनिया पे आए तो इंसान रूप में आए, ठीक है जी। उसके आगे फिर क्या हुआ? फिर उन्होंने एक एप्पल लिया था। वो कौन सा एप्पल था? इनविजिबल थे, राइट? वो इनविजिबल थे पहले, एडम एंड ईव। उन्हें पता नहीं था कि हम एक्चुअली इंसान हैं। फिर उन्हें बोला था गॉड ने कि ये वाले जो फार्म में जाके जो ये एप्पल है, ये तुमने नहीं खाना। वो एप्पल कौन से थे? एप्पल ऑफ नॉलेज था वो। नॉलेज, एप्पल ऑफ नॉलेज। वंस दे एट, उसके बाद भगवान ने क्या कहा था उन्हें? फिर उनको दुनिया में टाइम दे कि जाओ जाके अब नॉलेज लेके अपनी जिंदगी जियो, लाइक दैट इज व्हेयर वी आर स्टक, दैट यू आर अवे फ्रॉम मी, नाउ यू आर नॉट पार्ट ऑफ माई। यही क्या सी ना? Unfortunately, again, the fruit was not of knowledge. That fruit was of information. वो जो फ्रूट था वो अक्ल का था, अक्ल का। तो भगवान ने जब पहले दिन मना कर दिया था कि जैसे तू अक्ल ले पाने की कोशिश करे, तेरी और मेरी दूरी हो जाएगी, वो पहला स्टेप था। और आज हम अपने जीवन में निगाह मार के देखें, हमने अक्ल कितनी बढ़ा ली भगवान के लिए। तो इस अकल बढ़ने से भगवान हमारे नजदीक नहीं हुआ, भगवान हमसे और दूर हो गया, क्योंकि उसे अकल ही नहीं पसंद थी। आप अकल मत दौड़ाओ इन चीजों में। जो मैं कह रहा हूं जस्ट ब्लाइंड फेथ आप मानो, कारण कि ये खेल मेरा है, मेरी प्रकृति है, मुझे पता है कैसे चलाना है। आपके लिए, हम जैसे जीवों के लिए यही शर्त थी, आप ये अकल धारण मत करना। और आज देख लो, दुनिया भर च ਅਸੀਂ अकल ਵਧਾ ਲਈ। ਅੱਜ ਛੋਟੇ ਛੋਟੇ ਬੱਚੇ ਰੱਬ ਦੇ ਨਾਂ ਤੇ ਸਾਡੇ ਕੋਲ ਕਿੰਨੀ ਅਕਲ ਆ ਗਈ। ਇੱਕ ਸਮੇਂ ਦੇ ਵਿੱਚ ਸਾਨੂੰ ਕਹਿਤਾ ਜਾਂਦਾ ਸੀਗਾ ਕਿ ਰਾਮ ਰੱਬ ਅਸੀਂ ਮੰਨ ਲੈਂਦੇ ਸੀ, ਨਾਨਕ ਰੱਬ ਅਸੀਂ ਮੰਨ ਲੈਂਦੇ ਸੀ। ਅੱਜ ਅਸੀਂ ਕੋਸ਼ਿਸ਼ਾਂ ਕਰ ਕਰਕੇ ਜੀ ਫਲਾਣੇ ਸੰਨ ਦੇ ਵਿੱਚ ਨਾਨਕ ਪਾਤਸ਼ਾਹ ਫਲਾਣੀ ਜਗ੍ਹਾ ਗਏ ਸੀਗੇ, ਨਹੀਂ ਨਹੀਂ ਦੂਜਾ ਉੱਠਦਾ, ਨਹੀਂ ਜੀ ਤੂੰ ਗਲਤ ਕਹਿ ਰਿਹਾ ਹੈ। ਉਹ ਕੋਈ ਕਹਿੰਦਾ ਜੀ ਕ੍ਰਿਸ਼ਨ ਮਹਾਰਾਜ ਜੀ ਦੀਆਂ 100 ਪਤਨੀਆਂ ਸੀ, ਕੋਈ ਕਹਿੰਦਾ 1000 ਸੀ। ਫਿਰ ਉੱਥੇ ਹੀ ਸੀਮਿਤ ਨਹੀਂ। ਅੱਛਾ, ਮੈਨੂੰ ਨਾ ਜਿਹੜੀ ਨਾ 35 ਨੰਬਰ ਤੇ ਜਿਹੜੀ ਆਂਦੀ ਨਾ ਰਾਣੀ, ਮੈਨੂੰ ਉਹਦਾ ਨਾਮ ਪਤਾ ਹੈ। ਉਹ ਦੂਜਾ ਆਂਦਾ ਕਹਿੰਦਾ ਜੀ ਮੈਨੂੰ ਜਿਹੜੀ 100ਵੇਂ ਨੰਬਰ ਤੇ ਆਂਦੀ, ਮੈਨੂੰ ਉਹਦਾ ਨਾਮ ਪਤਾ ਹੈ। ਇਹ ਅਕਲ ਵਧੀ ਨਾ। ਔਰ ਇਸ ਅਕਲ ਵਧਣ ਦੇ ਵਿੱਚ ਰੱਬ ਸਾਡੇ ਤੋਂ ਦੂਰ ਹੋ ਗਿਆ, ਰੱਬ ਸਾਡੇ ਤੋਂ ਦੂਰ ਹੋ ਗਿਆ। ਅੱਜ ਮਾਂ ਸੀਤਾ ਦੀ ਅਗਰ ਪੂਜਾ ਦੀ ਗੱਲ ਕਰਾਂਗੇ ਨਾ, ਅੱਜ ਦੇ ਬੱਚੇ ਪੂਜਾ ਨਹੀਂ ਕਰਨਗੇ। ਅੱਜ ਉਹ ਜਿਹੜੀ ਸਾੜੀ ਫੈਲਾ ਕੇ ਨਾ, ਉਡਾ ਕੇ ਜਿਹੜੀ ਸੀਤਾ ਦੱਸ ਦਿੱਤੀ ਅਸੀਂ ਮੂਵੀਆਂ 'ਚ, ਵਾਸਨਾ ਦਾ ਰੂਪ ਦੱਸ ਦਿੱਤਾ, ਇਹ ਬੱਚੇ ਨੂੰ ਆਮ ਜੀਵ ਸਮਝਣਗੇ, ਜਿੱਦਾਂ ਦੂਜੀ ਐਕਟਰ ਸਮਝਦੇ ਸੀ। ਅੱਜ ਇਹ ਬੱਚੇ ਉਹਨੂੰ ਵੀ ਉਹੀ ਮੰਨਣਗੇ। ਸਾਡੇ ਸੇਵਕ, ਉਹਦਾ ਬੇਟਾ ਬੜੀ ਵਧੀਆ ਸੀਤਾ ਦੀ ਫੋਟੋ ਪੂਰੀ ਬਣਾ ਲੈਂਦਾ, ਉਹ ਜਿਹੜੀ ਮੂਵੀ ਦੇ ਵਿੱਚ ਸਾੜੀ ਉਡਾ ਕੇ ਉਹਨੇ, ਹੁਣੇ ਮੂਵੀ ਆਈ ਨਾ। ਔਰ ਇਹ ਬੱਚਿਆਂ ਨੇ ਹੁਣ ਸੀਤਾ ਨੂੰ ਉਹੀ ਸਮਝਣਾ। ਇੱਕ ਸਮਾਂ ਹੁੰਦਾ ਸੀ ਜਦੋਂ ਪੰਚਾਲੀ ਦਾ ਵਸਤਰ ਹਰਨ ਹੋਣ ਲੱਗਦਾ ਸੀਗਾ ਤੇ ਅਸੀਂ ਬੁਰਾ ਕਹਿੰਦੇ ਸੀ। ਅੱਜ ਵੇਟ ਕਰਨਗੇ ਜੀਵ ਕਿ ਜਲਦੀ ਹੋ ਜਾਵੇ, ਕ੍ਰਿਸ਼ਨ ਤੂੰ ਲੇਟ ਆਈ। ਇਹ ਸਾਡੀ ਅਕਲ ਨੇ ਕੰਮ ਕੀਤੇ ਹੈ। ਇਹ ਅਕਲ ਨੇ ਸਾਨੂੰ ਰੱਬ ਤੋਂ ਦੂਰ ਕਰ ਦਿੱਤਾ। ਅਕਲ ਨਾ ਵਧਾਓ ਰੱਬ ਦੇ ਨਾਂ ਤੇ, ਸਹਿਜ ਹੋ ਜਾਓ ਕਿ ਰੱਬ ਸਹਿਜ ਦਾ ਨਾਂ ਹੈ। ਰੱਬ ਪਵਿੱਤਰਤਾ ਹੀ, ਸੁਚਮਤਾ ਹੀ, ਸੱਚ ਦਾ ਨਾਮ ਹੈ। ਉਹ ਸਾਡੇ ਜੀਵਨ 'ਚ ਅਗਰ ਹੈ
ਇਹ ਜੀਵ ਆਤਮਾ ਇਹ ਸਰੀਰ ਛੱਡਣ ਤੋਂ ਪਹਿਲਾਂ ਪਾ ਲਵੇ। ਅਕਲ ਨਾ ਵਧਾਓ, ਰੱਬ ਦੇ ਨਾਂ ਤੇ ਅਕਲ ਨਾ ਵਧਾਓ। WhatsApp, Facebook, YouTube ਭਰੇ ਪਏ, ਅੱਜ ਹਰ ਦੂਜੇ ਬੰਦੇ ਦੇ ਕੋਲ ਦੇਖੋ ਜਾਣਕਾਰੀ ਆ ਗਈ। ਔਰ ਅਨਫੋਰਚੂਨੇਟਲੀ ਅਗੇਨ ਦੇ ਆਰ ਸੇਇੰਗ ਆਈ ਹੈਵ ਦ ਨੌਲੇਜ। ਔਰ ਇੱਕ ਪਤਾ ਨਹੀਂ ਸਾਨੂੰ ਇੰਗਲਿਸ਼ ਸਾਡੀ ਘੱਟ ਹੈ, ਕੀ ਕਹਿੰਦੇ ਹਾਫ ਨੌਲੇਜ ਔਰ ਹਾਫ ਇਨਫੋਰਮੇਸ਼ਨ ਇਜ਼ ਡੇਂਜਰਸ। तो ਕੀ ਅਸੀਂ ਡੇਂਜਰ ਜ਼ੋਨ ਦੇ ਵਿੱਚ नहीं ਹੈਗੇ? किसी ਨੂੰ कोई जानकारी नहीं। आज ना आपने जैसे बात की, अगर आप हिंदू धर्म से हैं, आपने कहा ना कि हम आपसे पूछेंगे आप हिंदू धर्म से हो ना, आप हिंदुज्म के बारे में क्या जानते हैं? आपने कुछ स्टडी की? स्टडी नहीं ना की, आपने इंफॉर्मेशन गैदर की होगी मैक्सिमम। उसने कुछ कहानी सुना दी, उसने कुछ सुना दी, आपने धर्म ग्रंथ कोई नहीं पढ़ा। दैट मीन्स अगर आपको अपने धर्म की ही इंफॉर्मेशन प्रॉपर नहीं है, आपको अपने धर्म की नॉलेज नहीं है, तो आप इस्लाम धर्म के बारे में कैसे जानते हो? आप सिख धर्म के बारे में कैसे जानते हो? मजहब के बारे में पहले अपने धर्म की इंफॉर्मेशन लेके उसे नॉलेज में कन्वर्ट करो। जैसे अभी गीता की बात की गई, बात तब बने आप YouTube पे ना सुने, आप गीता खुद पढ़ लें। जिस दिन गीता पढ़ लोगे, आपको सच जब आभास हो जाएगा हु आई एम, देन आपको चाव होगा बाइबल पढ़ने का। मैं उसे भी जानूं उसने क्या बात की, क्योंकि मेरी सोल को फूड मिलने लगा। आप फिर गुरु ग्रंथ साहब भी पढ़ने में इच्छुक हो गए, आप कुरान शरीफ भी पढ़ोगे और उनसे जो सच मिलेगा आप देखोगे बात वही है। सभी ने यही कहा है कि यह जीवात्मा उस परमात्मा को पा दे, बस इतने। बात यह है कि हम लोगों ने जिस भी मजहब में गए वहां को कंप्लीटली हम नहीं गए और मैस अप हो चुके हैं। उसने कुछ इंफॉर्मेशन थी, हर एक जीव का लेवल है। आप जाते हैं ना स्कूल में, कोई टीचर्स होते थे स्पेशलाइज्ड माने जाते थे, कोई डॉक्टर्स हैं जैसे, सभी एमडी हैं पर कोई स्पेशलाइज्ड होते हैं। वो स्पेशलाइज्ड कौन है? जो और डीपर गए हैं। तो हमारी किस्मत भी वही है, हमारे जीवन में कौन से टीचर्स मिले। जैसे आपने बात की कि वो इंफॉर्मेशन या वो नॉलेज नहीं मिल रही, क्यों? हो सकता है अनफॉर्चुनेटली हमारे सामने वो टीचर्स आए जिनकी इंफॉर्मेशन ही उतनी थी। हमने उतनी इंफॉर्मेशन ली। इट्स काइंड ऑफ बफे सिस्टम होता है ना। आप रेस्टोरेंट में गए तो 8-10 फूड हैं, आपने अपनी चॉइस का चुना, आप सभी नहीं खाते। एंड देन व्हाट हैपेंस, आपने गोभी की सब्जी ले ली, आप नॉनवेज नहीं खाते, तो आप क्या करोगे? आप खा नहीं सकते तो आप बातें करोगे, इवन दो दिस इज चिकन और मीट बट गोभी हैज मोर प्रोटीन। एंड देन फाइनली यू विल से अरे हम तो वेजिटेरियन हैं, रादर देन एंजॉयिंग दैट फूड। अब कोई नॉन वेज है, ही पिक्ड अप चिकन, ही इज एंजॉयिंग, एंड देन ही विल स्टार्ट सेइंग ओ यार क्या तू वेजिटेरियन खा रहा है, ताकत तो इसमें है। दैट्स व्हाट वी आर डूइंग अकॉर्डिंग टू अवर रिलीजन्स ऑल्सो। हम यही बात करते हैं, हमने अपने मर्जी से उठाया, फिर हम खुद सेटिस्फाई नहीं है। या तो हमने गोभी उठाई तो सेटिस्फाई हो जाएं, वाओ दिस इज द लाइफ। हम सेटिस्फाई भी नहीं होते, हमने किंतु परंतु करना, तेरे फूड में ये कमी, तेरे फूड में, यही हमने रिलीजन्स के नाम पे कर दिया। हम अपने मजहब को कंप्लीटली नहीं जानते। और अगेन की क्या पुत्र ने हाफ नॉलेज इज डेंजरस। और हम तभी सभी इसी वजह से डेंजर हो चुके हैं, इसी वजह से। आपको लगता है हम रब की सेफ्टी कर सकते हैं? हम अपनी सेफ्टी नहीं कर सकते। हम रब के नाम पे चले हुए, मजहब के नाम पे हम उसकी सेफ्टी करेंगे। हम उसकी सेफ्टी कहाँ? उसे सेफ्टी की जरूरत नहीं। वो कहता है जीव आभास का, तुझे अपनी सेफ्टी की जरूरत है। सो यू गॉट योर आंसर? श्योर ना? मेरा जी जी। As far as my life is concerned, I think I have done nothing wrong to my life. Even then, something happened. Somehow one accident happened, and somebody died in my family, relative. But whole through for like so for 5 years it happened, but that thing doesn't go in my mind. I still thinking that it's why it happened.
I want to forget this, but it doesn't go in my mind. It always remembering me. ਜਦੋਂ ਆਪਨੇ ਕਿਹਾ ਨਾ ਕਿ ਮੈਂ ਜੀਵਨ ਦੇ ਵਿੱਚ ਕੋਈ ਗਲਤ ਨਹੀਂ ਕੀਤਾ, ਮੈਨੇ ਸਭ ਨਾਈਸ ਕੀਤਾ, ਹੁਣ ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਇਹ ਦੁਨਿਆਵੀ ਗੱਲ ਕਰ ਰਹੇ ਹਾਂ ਜਾਂ ਰੱਬੀ ਗੱਲ ਕਰ ਰਹੇ ਹਾਂ? ਇੱਕ ਗੱਲ, ਜੇ ਦੁਨਿਆਵੀ ਗੱਲ ਕਰਦੇ ਹਾਂ ਤੇ ਹੂ ਵਿਲ ਗੋਇੰਗ ਟੂ ਡਿਸਾਈਡ ਕਿ ਆਪਾਂ ਸਹੀ ਕੀਤਾ? ਅਸੀਂ ਆਪਣੇ ਆਪ ਦੇ ਜੱਜ ਹਾਂ। ਅਗਰ ਇਹ ਗੱਲ ਕਰਦੇ ਹਾਂ ਤੇ ਹੁਣੇ ਉਹਨਾਂ ਨੇ ਗੱਲ ਕੀਤੀ ਇਸਲਾਮ ਧਰਮ ਦੀ ਕੋਈ ਗੱਲ ਹੈ, ਹਿੰਦੂ ਧਰਮ ਦੀ ਕੋਈ ਗੱਲ ਹੈ। ਇੱਕ ਗੱਲ ਉੱਥੇ ਗਲਤ ਕਹੀ ਗਈ ਹੈ, ਦੂਜੇ 'ਚ ਸਹੀ ਕਹੀ ਗਈ ਹੈ। ਸਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਜੋ ਕੀਤਾ ਜੀਵਨ ਦੇ ਵਿੱਚ, ਹਾਂ ਦੁਨਿਆਵੀ ਤੌਰ ਤੇ ਅਸੀਂ ਅਗਰ ਕੀਤਾ, ਕਿਸੇ ਨੂੰ ਕੋਈ ਠੇਸ ਨਹੀਂ ਪਹੁੰਚਾਈ। ਜੇ ਨੌਕਰੀ ਮਿਲੀ, ਵਫਾਦਾਰੀ ਨਾਲ ਨੌਕਰੀ ਕੀਤੀ, ਪਰਿਵਾਰ ਪਾਲਿਆ। ਜੇ ਕਾਰੋਬਾਰ ਸੀਗਾ, ਕਿਸੇ ਨੂੰ ਚੀਟ ਨਹੀਂ ਕੀਤਾ, ਕਾਰੋਬਾਰ ਕੀਤਾ। ਗ੍ਰਸਤ ਜੀਵਨ ਸੀਗਾ, ਮੈਰਿਡ ਲਾਈਫ ਸੀ, ਬੱਚੇ ਹੋਏ, ਉਹਨਾਂ ਦਾ ਟੇਕ ਕੇਅਰ ਕੀਤੀ। ਅਸੀਂ ਅਗਰ ਇਹਨੂੰ ਸਮਝਦੇ ਹਾਂ ਕਿ ਅਸੀਂ ਇਹ ਕੀਤਾ ਔਰ ਇਹਦੇ ਵਿੱਚ ਅਸੀਂ ਕੋਈ ਗਲਤ ਨਹੀਂ ਕੀਤਾ, ਸਭ ਤੋਂ ਪਹਿਲੀ ਗੱਲ ਜਿਹੜੀ ਅਸੀਂ ਗਲਤ ਕਹਿ ਰਹੇ ਹਾਂ ਕਿ ਮੈਂ ਕੀਤਾ, ਇਹ ਅਸੀਂ ਨਹੀਂ ਕੀਤਾ। ਇਹ ਉਹ ਅਕਾਲ ਪੁਰਖ ਕਰਦਾ, ਭਾਵ ਹੀ ਚੂਜ਼ ਅਸ, ਹੀ ਅਪਾਇੰਟ ਅਸ ਕਿਸੇ ਦੀ ਹੈਲਪ ਕਰਨ ਵਾਸਤੇ, ਚੰਗੇ ਕਰਮ ਕਰਨ ਵਾਸਤੇ। ਸਾਡੇ ਕੋਲ ਜਿੱਦਾਂ ਕਈ ਹੁੰਦੇ ਨਾ, ਮੈਨੇ ਜੀਵਨ 'ਚ ਇੰਨੇ ਬੰਦਿਆਂ ਦਾ ਇੰਨੀ ਹੈਲਪ ਕੀਤੀ, ਪਰ ਐਂਡ ਦੇ ਵਿੱਚ ਮੈਨੂੰ ਸੁਣਨਾ ਹੀ ਪੈਂਦਾ। ਕੱਲ ਉਹ ਕੋਈ ਮੁਖਤਿਆਰ ਆਏ ਹੋਏ ਸੀ, ਉਹ ਗੱਲ ਕਰ ਰਹੇ ਸੀਗੇ, ਫਿਰ ਗੱਲ ਆਂਦੀ ਕਿ ਜੀਵ ਤੂੰ ਕੀਤਾ, फिर रब की कर रहा है? फिर वो जो जीव आपके जीवन में से चला गया, एक्सीडेंट हो गया, जो भी कहा जाता है ना, हर एक जीव का उस रब के घर में, जैसे हम डॉक्टर्स के पास जाते हैं ना, आप अगर डॉक्टर के पास जाओ, एक ही फैमिली डॉक्टर हो, आपका भी, आपकी मिसेस का भी, आपके बच्चों का भी, आप उस डॉक्टर के पास जाओगे, हर एक जीव की अपनी फाइल बनती है। आपका नाम पूछा जाएगा, डेट ऑफ बर्थ पूछी जाएगी, एसएस नंबर, जो भी यहाँ की इंफॉर्मेशन ली जाएगी और आपकी फाइल बन जाएगी। आपका ब्लड टेस्ट हुआ, उसकी रिपोर्ट उसमें चली जाएगी, और कोई बॉडी चेकअप हुआ उसमें चली जाएगी। उसी डॉक्टर के पास आपके मिसेस जाते हैं, उनकी उसी तरह की फाइल बन जाएगी। अब जब आपके नाम की फाइल उठाई जाए, वो जब फाइल खोली जाए और बाई चांस भगवान ना करे आपको कोई हेल्थ प्रॉब्लम हो जाए, कोई वीकनेस है फॉर इंस्टेंस, अब आपके साथ आपके मिसेस गए और आपको कह दिया गया कि आपने ये मेडिसिन लेनी है। आप बोलो यार मुझे ये मेडिसिन अच्छी नहीं लगती, मुझे तकलीफ होती है, और उस समय अगर आपकी वाइफ कह दें डॉक्टर साहब मैं इनकी जगह मेडिसिन ले लेती हूँ, तो विल दैट बी ओके? विल बी कंसीडर्ड ओके? आप दवाई खा लो, ये ठीक हो जाएंगे? नहीं होगा ना। उसी तरह से उस रब के घर में हम सभी इंडिविजुअल्स की अपनी खुद की फाइल, कर्मों की फाइल बनी है। उस रब ने ईच इंडिविजुअल को अपने कर्मों के हिसाब से सजा या कृपा देनी है। नहीं, वो बात तो ठीक है। हम आए नहीं, अभी पहुंच रहे हैं, आप सुने पहले। अब जिस जीव की देहांत हो गया, मृत्यु हो गई, अब उसकी फाइल आप और हमारे हाथ में थोड़ी है। उस जीव की फाइल उस रब के हाथ में थी। उस रब के हाथ में थी, जितने श्वास दिए थे उसने कोई बहाना बनाया, एक्सीडेंट कह लो, कुछ भी जो भी हुआ, वो जीव चला गया। अब वो थी उस जीव की फाइल। अब आप जो बात कर रहे हो कि आप उसे भूल नहीं पा रहे, जिससे आप भूल नहीं पा रहे वो और कुछ भी नहीं है, माया भाव। वो शरीर चला गया, उस रब की, उस वैद्य, उस डॉक्टर के घर में उस फाइल का उतने रिकॉर्ड था। पर अगर आप उस रोग के लिए खुद मेडिसिन बने, या मैं इसके लिए मेडिसिन खा लेता हूं, या वाई ही सफरिंग फ्रॉम दिस हेल्थ इश्यू, इसे इस चीज की परेशानी क्यों हुई है, जैसे दुनियावी तौर पे हम सही नहीं माने जाएंगे, उसी तरह से रब के घर में भी हम अपने कर्मों को जस्टिफाई सही नहीं मान सकेंगे। अगर आपको उनकी यही बात आती कि क्यों हुआ, ये क्यों का जवाब रब कभी नहीं देगा। आप उन्हें क्यों नहीं भूल पा रहे, वही बात है, इमोशनली आप टच हैं। और याद रखें, 5 चंडाल माने गए हैं, काम, क्रोध, लोभ, मोह और अहंकार। हम बुरा किसे मानते हैं? काम को। हम बुरा किसे मानते हैं? क्रोध को। हम बुरा मानते हैं लोभ को।
हम बुरा मानते हैं, अहम अहंकार को, हम मोह को कभी बुरा नहीं मानते। कहीं भी नहीं कहा गया कि मोह करने वाले को वो सजा नहीं मिलेगी। 5 चंडाल कहे क्यों गए हैं? तो आप जो बात कर रहे हो वो मोह की बात है, जिसे रब ने पहले कह दिया मोह में मत पड़ो। उस मोह को छोड़ना पड़ेगा, त्यागना पड़ेगा। नहीं तो भगवान ने कहीं ना कहीं जरूर लिखना था कि 4 ही चंडाल हैं जीवन के, 3 ही चंडाल हैं। 5 चंडाल इसलिए कहे गए कि जो मोह है, मोह जीव आत्मा को उससे ऊपर उठना पड़ेगा। जो हो गया उसे उस भगवान की कि तेरा और हुक्म था, ठीक है भगवान प्रभु आपको जैसे ठीक लगा, आई एम फाइन विद दैट। पर हम अगर उसमें जानने की कोशिश करेंगे, वो और कुछ भी नहीं है, वो चौथा जो रूप है उस चंडाल का, मोह। मोह में फंसने की भी सजा भगवान देता है। वो मोह था जिस वजह से महाभारत का युद्ध हुआ। संपूर्णता देखें महाभारत का और कुछ भी नहीं, मूल ही वो मोह था। तो आप अगर उन्हें नहीं भूल पा रहे, हाँ हम आपको मेडिटेशन के जरिए कुछ तरीका बता देते हैं, वो आप फंक्शनैलिटी में ला के देखें, उससे वो जो यादें हैं वो निकल जाएंगी। पर आपको उससे निकलना पड़ेगा। कारण 2 बातें, वो जो जीवात्मा चली गई वो पता नहीं अब किस जीवन में चली गई, और रब के घर में हम जस्टिफाई नहीं हो सकेंगे। आपको पता है, जब अर्जुन को पूरा गीता का ज्ञान हो गया, उस जानने के बाद जब महाभारत का युद्ध शुरू हुआ, तो एक समय आया जब अभिमन्यु को मार दिया गया था। चक्रव्यूह में फंसा के अभिमन्यु को मार दिया गया, उन्होंने मार दिता। और अभिमन्यु के मरण तो बाद अर्जुन ने फिर हथियार छड्डते, कहता आलो जी मैं नहीं करता। वो कृष्ण कहते तू कमला, तेन इन्ना समझाया, तेन समझ नहीं आई कि तू फिर शरीर च फस गया। वो कहता नहीं मैं नहीं करता। फिर कृष्ण कहते बह मेरे नाल, उन्होंने ध्यान च लैके गए और ओदी जीव आत्मा नूं, अर्जुन की जो जीव आत्मा सी ओनू उस जगह ते लै गए जिथे अर्जुन अभिमन्यु की रूह दरगाह च खड़ी सी। अर्जुन ने देखिया गल आ रहा, वो कहता कौन है तू? कहता मैं तेरा प्यो अर्जुन। कहता ये सारे रिश्ते नाते उत्थे उस धरती ते, इत्थे तू मेरा कोई नहीं, मैं तेरा कोई नहीं। अर्जुन कहता ऐदा? कहता हाँ। कृष्ण कहते हो गई तसल्ली, चल चलिए। तो उस रब के घर में कोई रिश्ता नाता नहीं। और ये अगर हम जैसे उन्होंने हिंदू धर्म की गल की या कोई भी आप मजहब की गल करते हैं, इन्हू जानिए सच ये गल्लां होईयां, दिस हैपेंड। सो आप कोशिश करें उस चीज़ से निकलने की। पर बीइंग बाबा जी, बीइंग स्पिरिचुअल, से तुहानू यही कहांगे कि वो रब दे घर च जे क्वेश्चन करांगे वो भी जस्टिफाई नहीं मन्निया जाएगा। जे रब दे कोलों जवाब मंगण की कोशिश करेंगे वो नहीं मन्निया जाएगा। वो लेख उन्हां लिखिया होया सी, जीव अंत समय ते हक लैण वास्ते, खाण वास्ते, जन्म लैण वास्ते हर एक दा निश्चित है, हर एक दा निश्चित है। ਉਹਦੇ ਵਿੱਚ ਅਸੀਂ ਇੱਕ ਦੂਜੇ ਤੇ जो भी आप ब्लेम करते हैं, जो भी करते हैं, विद ने लिखा होया। सो अपने आप ना गिल्ट फील करो, कारण कि करता कोई और है, असी कुछ नहीं। उस रब दे भाण च इदां लिखिया सीगा, दाता तेरी रजा। सो आप कोशिश करते हैं, जे आप मैडिटेशन च बहने तुहानूं थोड़ी ब्रीदिंग का दसदे हां, ਉਹਦੇ ਨਾਲ कोशिश करके देखियो दाता उस जो टॉक्सिक बन के बैठा अंदर, वो जो आप उभर सको। ठीक है जी। ਆਪਾਂ ਨਾਲੇ ਬਾਰੇ ਜੀ ਕਿ ਜਦੋਂ ਵੀ ਕਹਿ ਰਹੇ ਕਿ ਜਿੱਦਾਂ ਅਛਾਈ ਕਰੋ ਤੇ ਦੇਖੋ ਨਾ ਕਿਹੜੀ ਕਰ ਰਹੇ ਕਿ ਉਹ ਗੱਲ ਕਿਦਾਂ ਆ ਰਹੀ ਬਹੁਤ ਜਿਹੜੀ ਚੀਜ਼ ਹੈ ਉਹ ਕਿਹੜੀ ਗੱਲ ਚੱਕੇ ਹੋ ਫਿਰ ਹੁਣ ਤੱਕ ਵੀ ਇਹ ਹੁੰਦਾ ਕਿ ਕਈਆਂ ਨੇ ਕੀਤੀ ਕਿੰਨੀ ਵਾਰੀ ਕਰ ਚੁੱਕੇ ਕਰੀ ਜਾਂਦੀ ਹੈ, ਬਟ ਉਹਦਾ ਜਿਹੜਾ ਬੈਕ ਰਿਜ਼ਲਟ ਕੀ ਮਿਲਦਾ, ਜੇ ਧੋਖਾ ਮਿਲਦਾ ਜਾਂ ਕੁਛ ਵੀ ਹੈ, ਉਸ ਚੀਜ਼ ਦੀ ਆਪਣੇ ਮਨੋਂ ਕੱਢਣੀ ਦੈਟਸ ਮੋਰ। ਉਹਦੇ ਲਈ ਤੁਹਾਨੂੰ ਉਹੀ ਗੱਲ ਹੈ, ਆਪਾਂ ਕੋਈ ਨਾ ਮੈਡੀਟੇਸ਼ਨ ਕਰਦੇ, ਨਾ ਸਾਧਨਾ, ਨਾ ਸਿਮਰਨ ਕਰਦੇ। ਔਰ ਇੱਕ ਗੱਲ ਹੋਰ ਯਾਦ ਰੱਖੋ, ਜਦੋਂ ਆਪਾਂ ਕਹਿੰਦੇ ਨਾ ਕਿ ਅਸੀਂ ਉਹਨਾਂ ਦੇ ਲਈ ਇੰਨਾ ਕੀਤਾ,
ਪਹਿਲਾਂ ਜੀਵਨ ਚੋਂ ਕੱਢ ਦਿਓ ਗੱਲ। ਅਸੀਂ ਨਹੀਂ ਕੀਤਾ। ਉਸ ਰੱਬ ਦਾ ਸ਼ੁਕਰ ਮਨਾਓ ਕਿ ਸ਼ੁਕਰਦਾਤਾ ਤੂੰ ਮੈਨੂੰ ਇੰਨਾ ਐਲੀਜੀਬਲ ਕੀਤਾ ਕਿ ਮੈਂ ਕਿਸੇ ਲਈ ਕੁਝ ਕਰ ਸਕਿਆ। ਜਦੋਂ ਅਸੀਂ ਇਹ ਸੋਚਦੇ ਹਾਂ ਨਾ, ਫਿਰ ਸਾਡੀ ਈਗੋ ਹਰਟ ਨਹੀਂ ਹੁੰਦੀ, ਸਾਨੂੰ ਕੋਈ ਸੁਣਨ ਨੂੰ ਨਹੀਂ ਲੱਗਦਾ, क्योंकि ਅਸੀਂ ਕੀਤਾ ਹੀ नहीं। ना हम किया ना करेंगे, ना कर सके शरीर, क्या जाने क्या हर किया। भयो कबीर कबीर। ਉਹ ਰੱਬ ਕੀ ਕਰ ਜਾਂਦਾ ਹੈ, ਉਹ ਜਦੋਂ ਬੰਦੇ ਨੂੰ ਚੁਣ ਲੈਂਦਾ ਉਹਦਾ ਨਾਂ ਹੋ ਜਾਂਦਾ ਹੈ। ਲੇਕਿਨ ਕਦੀ ਜੀਵਨ 'ਚ ਭੁੱਲ ਕੇ ਵੀ ਇਹ ਗੱਲ ਨਾ ਕਰੋ ਮੈਂ ਫਲਾਣੇ ਲਈ ਇੰਨਾ ਕੀਤਾ। ਅਸੀਂ ਨਹੀਂ ਕੀਤਾ। ਸ਼ੁਕਰ ਮਨਾਓ ਰੱਬਾ ਕਿ ਤੂੰ ਚੁਣਿਆ ਔਰ ਸਾਡੇ ਕੋਲੋਂ ਕਰਵਾਤਾ। ਦੂਜੀ ਗੱਲ, ਉਹ ਜਿਹਨੂੰ ਆਪਾਂ ਝਾੜ ਕਹਿੰਦੇ ਆ, ਝਾੜ ਦਾ ਜੀਵਨ ਦੇਖਿਆ ਕਦੀ? ਉਹ ਇੱਕ ਵਾਰੀ ਸਿਰਫ ਬੀਜ ਬੋਣ ਤੋਂ ਕੁਝ ਸਮੇਂ ਦਾ ਪਾਣੀ ਤੇ ਖਾਦ ਮੰਗਦਾ ਤੁਹਾਡੇ ਤੋਂ। ਇੱਕ ਵਾਰੀ ਜਦੋਂ ਉਹ ਜੜ ਫੜ ਲੈਂਦਾ ਨਾ, ਉਹ ਤੋਂ ਬਾਅਦ ਝਾੜ ਦਾ ਜੀਵਨ ਦੇਖੋ। ਝਾੜ ਨੇ ਜੀਵਨ ਦੇ ਵਿੱਚ ਫਿਰ ਦੇਣਾ ਹੀ ਦੇਣਾ। ਆਕਸੀਜਨ ਦੇਗਾ। ਜੇ ਫਲਾਂ ਦਾ ਬੂਟਾ ਹੈ, ਉਹਨੇ ਰਹਿੰਦੇ ਜੀਵਨ ਤੱਕ ਫਲ ਦੇ ਹੀ ਜਾਣੇ। ਜਦੋਂ ਫਲਾਂ ਦਾ ਕੰਮ ਹੋ ਗਿਆ, ਇੰਧਨ ਚਾਹੀਦਾ ਸਾਨੂੰ, ਅੱਗ ਬਾਲਣੀ ਹੈ, ਕੋਈ ਘਰ ਵਗੈਰਾ ਬਣਾਉਣਾ, ਉਹਨੂੰ ਕੱਟ ਕੇ ਆਪਾਂ ਫਿਰ ਉਹਨੂੰ ਵਰਤ ਲਵਾਂਗੇ। ਔਰ ਯਾਦ ਰੱਖੋ, ਇਹ ਸਾਰੇ ਕੰਮ ਦੇ ਵਿੱਚ ਝਾੜ ਸਾਨੂੰ ਕਦੀ ਉਫ ਨਹੀਂ ਕਰਦਾ। ਝਾੜ ਸਾਨੂੰ ਕਦੀ ਰਿਟਰਨ, ਅਸੀਂ ਉਹਨੂੰ ਸੋਟੀ ਮਾਰਦੇ ਹਾਂ ਫਲ ਲੈਣ ਲਈ, ਇੱਟਾਂ ਰੋੜੇ ਮਾਰਦੇ ਹਾਂ ਫਲ ਲੈਣ ਲਈ। ਉਹ ਕਦੀ ਨਹੀਂ ਰੰਜਿਸ਼ ਕਰਦਾ, ਉਹ ਮੁਸਕਰਾ ਕੇ ਸਾਨੂੰ ਫਲ ਦੇ ਦਿੰਦਾ। ਕਾਰਨ ਕਿ ਉਹਦਾ ਕਰਮ ਹੀ ਦੇਣਾ ਹੈਗਾ। ਔਰ ਉਹ ਤਾਂ ਸੋਟੀ ਮਾਰੀ ਜਾਂਦੀ ਕਿਉਂਕਿ ਉਹਦੇ ਕੋਲ ਕੁਝ ਦੇਣ ਲਾਇਕ ਹੈ। ਉਹ ਜਿਹੜਾ ਝਾੜ ਹੈ, ਜੇ ਤੇ ਕੋਈ ਫਲ ਬੂਟਾ ਨਹੀਂ ਲੱਗਿਆ, ਉਹਨੂੰ ਕਦੀ ਕੋਈ ਸੋਟੀ ਨਹੀਂ ਮਾਰਦਾ। ਸੋਟੀ ਉਹਨੇ ਹੀ ਮਾਰੀ ਜਾਂਦੀ ਹੈ ਜਿਹਦੇ ਉੱਤੇ ਫਲ ਲੱਗੇ ਹੁੰਦੇ ਨੇ। ਔਰ ਉਹ ਝਾੜ ਕਦੇ ਵੀ ਰਿਟਰਨ ਬੈਕ, ਉਹਦੀ ਸੋਟੀ ਹੁੰਦੀ ਨਾ ਲੱਕੜੀ, ਉਹ ਚਾਹੇ ਟਾਣੇ ਹੀ ਮਾਰ ਦੇਵੇ ਕਿ ਆਹ ਲੈ ਤੂੰ ਫੜ, ਤੂੰ ਮੈਨੂੰ ਸੋਟੀ ਮਾਰਨ ਲੱਗਿਆ, ਮੇਰੇ ਕੋਲ ਮੇਰੇ ਤੇ ਹੈਗਾ ਇਹ ਸੋਟੀ, ਮੇਰੇ ਤੋਂ ਹੀ ਨਿਕਲੀ ਹੈ, ਆਹ ਲੈ ਮੈਂ ਟਾਣਾ ਹੀ ਮਾਰਦਾ, ਤੈਨੂੰ ਭੰਨ ਦੇਵੇ, ਉਹਦਾ ਗੱਲ ਮੁਕਾ ਦੇਵੇ। ਉਹ ਮੁਸਕਰਾਉਂਦਾ ਕਹਿੰਦਾ ਆਹ ਲੈ ਮੇਰੇ ਕੋਲ ਤੇ ਇਹੀ ਹੈ ਜੋ ਤੇਰੇ ਕੋਲ ਸੀ, ਤੂੰ ਹੈ। ਤੇ ਜੇ ਦੇਣ ਵਾਲੀ ਗੱਲ ਵੀ ਕਰਦੇ ਹਾਂ, ਜੇ ਵਾਕਈ ਰੱਬ ਨੇ ਦਿੱਤਾ ਹੈ, ਕੋਈ ਪੱਥਰ ਰੋੜੇ ਮਾਰ ਕੇ ਲੈ ਗਿਆ, ਕੋਈ ਨਹੀਂ, ਰੱਬ ਹੋਰ ਦੇਗਾ, ਰੱਬ ਹੋਰ ਦੇਗਾ। ਕਦੋਂ ਫਲ ਅਸੀਂ ਪਿਆਰ ਨਾਲ ਥੋੜੀ ਲੈ ਸਕਦੇ ਹਾਂ। ਯਾਦ ਨਹੀਂ ਆਪਾਂ ਯੰਗ ਏਜ, ਆਪਾਂ ਸਾਰਿਆਂ ਨੇ ਪੱਥਰ ਮਾਰੇ, ਇੱਟਾਂ ਰੋੜੇ, ਸੋਟੀਆਂ ਮਾਰ ਕੇ ਤੋੜਿਆ। ਝਾੜ ਕਦੀ ਨਹੀਂ ਰਿਟਰਨ ਬੈਕ ਨਾਰਾਜ਼ਗੀ ਦਿਖਾਉਂਦਾ, ਕਹਿੰਦਾ ਲੈ ਕੋਈ ਨਹੀਂ, ਹੋਰ ਲੈ ਲੈ, ਰੱਬ ਹੋਰ ਦਊ। ਤੇ ਰੱਬ ਦਿੰਦਾ ਨਹੀਂ, ਆਂਦੀ ਬਾਹਰ ਚ ਫੇਰ ਦੇ ਦਿੰਦਾ। ਇਹੀ ਗੱਲ ਹੈ, ਜੇ ਰੱਬ ਤੂੰ ਦਿੱਤਾ ਸਾਨੂੰ, ਚੱਲ ਤੂੰ ਮਾਰ ਗਿਆ, ਕੋਈ ਨਹੀਂ, ਦਾਤਾ ਹੋਰ ਦਊ, ਸਾਡਾ ਕਿਹੜਾ ਸੀ, ਆ ਲੈ ਕੋਈ ਨਹੀਂ, ਹੋਰ ਲੈਣਾ ਹੋਰ ਲੈ ਜਾਈ, ਕਿਉਂਕਿ ਰੱਬ ਦੇਈ ਜਾ ਰਿਹਾ। ਉਹ ਤਾਂ ਦਿੰਦਾ ਜਦੋਂ ਉਹਦਾ ਭਾਣਾ ਮੰਨ ਕੇ ਸ਼ੁਕਰ ਦਾਤਾ, ਜੇਬ ਤੇਰੀ, ਅਸੀਂ ਤਾਂ ਸਿਰਫ ਹੱਥ ਪਾ ਰਹੇ ਹਾਂ ਜੀ, ਆ ਲਈ ਜਾ। ਇਸ ਕਰਕੇ ਕਿਹਾ ਬਾਣੀ ਚ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਏਗਾ। ਸੋ ਇਸ ਹਿਸਾਬ ਨਾਲ ਜੀਓ, ਕਦੀ ਨੈਗੇਟਿਵਿਟੀ ਨਹੀਂ ਆਏਗੀ, ਕਦੀ ਉਹ ਨੈਗੇਟਿਵ એનર્ਜੀ ਸਾਨੂੰ ਪਰੇਸ਼ਾਨ ਨਹੀਂ ਕਰੇਗੀ। सतंकार सत्संग जी इन्नी सा प्रवान करो, थैंक यू, इन्नी सा प्रवान करो सत्संग जी। दाते दी अपार कृपा बख्शिश जो मोहन जी दे परिवार ते कृपा हुई, जो इन्होंने अपने गृह विखे जो उस रब दी उस्ताद दे सत्संग करवाए, दाता जी कृपा करन, जो भी शिव मनोकामनावां लैके इस परिवार ने जो सत्संग करवाए, वो शुभ मनोकामनावां पूरियां होन। ते उस रब दे नां दे जो भी तिल फुल लंगर लाए, दाता जी अपने दर घर प्रवान करन। इस सेवा दे दौरान जो भी जाने अनजाने च गलतियां भुल्लां चुकां होईयां, आ बख्शन हारो दाता जी बख्श लियो, कीती सेवा लेखे लायो। ते इस घर दा अन्न दाना हमेशा भरपूर रवे, भरपूर रवे, भरपूर रवे। जिहदे बाबत कहा गया कि प्रभु मोहे इतना दीजिए, जा मैं कुटुंब समाए, मैं भी भूखा ना रहूं, साध ना भूखा जाए। तो इस परिवार से, इस घर से साध संगत के चरण, संत महापुरुषों के इस परिवार दे विच चरण पैंदे रहन। सारे परिवार के गृह विखे एक कोई परिवार सोहन जी बैठे, सारे दाता कृपा बनाए रखन। और जो भी साध संगत अपने जीवन दे विच अपना समा कढ़ के इत्थे आए, दाता जी उस साध संगत की इत्थे आना प्रवान करन। जो भी शुभ मनोकामनावां लैके संगत जुड़ी, वो शुभ मनोकामनावां दाता जी पूरियां करन, कृपा बनाए रखन।
ਔਰ ਕੋਟਾਨ ਕੋਟ ਧੰਨਵਾਦ ਉਸ ਦਾਤੇ ਦਾ ਜੋ ਇਸ ਫਕੀਰ ਤੇ ਵੀ ਕਿਰਪਾ ਕਰਕੇ ਜੋ ਸੇਵਾ ਲੈ ਰਹੇ ਨੇ, ਸਤਸੰਗ, ਮੈਡੀਟੇਸ਼ਨ, ਕੀਰਤਨ ਔਰ ਸਾਧ ਸੰਗਤ ਨਾਲ ਗੱਲਬਾਤ ਦੇ ਦੌਰਾਨ ਜਾਣੇ ਅਣਜਾਣੇ 'ਚ ਇਸ ਸੇਵਕ ਦੇ ਕੋਲੋਂ ਵੀ ਕੋਈ ਭੁੱਲ ਹੋਈ, ਉਹ ਦਾਤਾ ਬਖਸ਼ਣਹਾਰ ਹੈ, ਆਪ ਸਾਧ ਸੰਗਤ ਬਖਸ਼ਣਹਾਰ ਹਨ। ਇਹ ਕੀਤੀ ਸੇਵਾ ਪ੍ਰਵਾਨ ਕਰਿਓ। ਮਿਹਰ ਆਪਣੀ ਕਿਰਪਾ ਇਸੇ ਤਰੀਕੇ ਦਾ ਪਿਆਰ ਯਕੀਨ ਬਣਿਆ ਰਹੇ। ਸੋ ਦਾਤਾ ਕਿਰਪਾ ਕਰਨ, ਇੱਕ ਵਾਰੀ ਫਿਰ ਆਪ ਸਭ ਦਾ ਧੰਨਵਾਦ। ਮਿਹਰ ਕਰਨ ਜੀ। ਸਤਿਗੁਰੂ ਖੁਸ਼ ਰਹੋ ਜੀ।